ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕੋ। ਤੂੰ ਠਾਕੁਰ ਊਚ ਭਗਵਾਨਾ। ਜੋ ਹਮਾਰੀ ਬਿਦ ਹੋਤੀ ਮੇਰੇ ਸਤਿਗੁਰਾ। ਸਾ ਬਿਦ ਤੁਮ ਹਰ ਜਾਨੋ ਆਪੇ। ਅਮਰ ਉਲਤੇ ਫਿਰਤੇ ਕੋਈ ਬਾਤ ਨ ਪੂਛਤਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਦੀਨ ਦਰਦ ਦੁਖ ਭੰਜਨ ਘਾਟ ਘਾਟ ਨਾਥ। ਸਰਨ ਤੁਮਾਰੀ ਨਾਨਕ ਕੇ ਪ੍ਰਭ। ਸੁਕਾਓ ਹੋਟਲ ਗੁਰ ਸੇਵ ਅਹਨਿਸ ਸਹਜ। ਦਰਸ਼ਨ ਪਰਸੈ ਜਨਮ ਮਰਨ ਦੁਖ। ਹੋਵੈ ਸਿਫਤ ਖਸਮ ਨੂਰੇ ਹਰਸੋਂ ਕੁਰਸੋਂ। ਤੁਧ ਡਿਠੇ ਸਚੇ ਮਲ ਜਨਮ ਜਨਮ। ਤੁਧ ਡਿਠੇ ਸਚੇ ਮਲ ਜਨਮ ਜਨਮ ਦੀ ਕਟਿਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹਲਾ ਚੌਥਾ। ਹਰ ਤੀਜੜੀ ਲਾ ਮਨ ਚਾਉ ਪਿਆ। ਬੈਰਾਗੀਆ ਬਲਰਾਮ ਜੀਓ। ਸੰਤ ਜਨਾ ਹਰ ਮੇਲ ਹਰ ਪਾਇਆ। ਵਡ ਭਾਗਿਆ ਬਲਰਾਮ ਜੀਓ। ਨਿਰਮਲ ਹਰ ਪਾਇਆ ਹਰ ਗੁਣ ਗਾਇਆ। ਮੁਖ ਬੋਲੀ ਹਰ ਬਾਣੀ। ਸੰਤ ਜਨਾ ਵਡ ਭਾਗੀ ਪਾਇਆ। ਹਰ ਕਥਿਐ ਕਥ ਕਹਾਣੀ। ਹਿਰਦੇ ਹਰ 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 ਧੁਨ ਉਪਜੀ। ਹਰ ਜਪੀਏ ਮਸਤਕ ਭਾਗ ਜੀਓ। ਜਨ ਨਾਨਕ ਬੋਲੇ ਤੀਜੀ ਲਾਵੈ। ਹਰਿ ਉਪਜੈ ਮਨ ਬੈਰਾਗ ਜੀਓ। ਹਰ ਤੀਜੜੀ ਲਾ ਮਨ ਚਾਉ ਪਿਆ। ਬੈਰਾਗੀਆ ਬਲਰਾਮ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰੂ ਜੀਆਂ ਨੇ ਮਹਾਨ ਕਿਰਪਾ ਕਰਕੇ ਸਤ ਸੰਗਤ ਦਾ ਇਹ ਜੋ ਸਮਾਂ ਹੈ ਇਹ ਸਾਨੂੰ ਬਖਸ਼ਿਸ਼ ਕੀਤਾ ਹੈ। ਜੋ ਸ਼ਾਂਤੀ, ਜੋ ਸੁਖ, ਜੋ ਚੈਨ ਸੰਗਤ ਵਿੱਚੋਂ ਪ੍ਰਾਪਤ ਹੋਣਾ ਹੈ, ਇਹ ਭਾਵੇਂ ਅਸੀਂ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ, ਸਾਰੀ ਮਾਇਆ ਜੋ ਅਸੀਂ ਕਮਾਈ ਹੈ ਉਹ ਸਾਰੀ ਖਰਚ ਦਈਏ ਤਾਂ ਵੀ ਉਹ ਚੈਨ, ਉਹ ਸੁਖ, ਉਹ ਸ਼ਾਂਤੀ ਨਹੀਂ ਮਿਲੇਗੀ ਜੋ ਸਤ ਸੰਗਤ ਵਿੱਚੋਂ ਆ ਕੇ ਮਿਲਦੀ ਹੈ। ਇਹ ਐਸੀ ਅਮੋਲਕ ਸੰਗਤ ਹੈ। ਸਾਡੇ ਕੋਲ ਭਾਵੇਂ ਧਨ ਪਦਾਰਥ ਬਹੁਤਾ ਹੋਵੇ ਔਰ ਬਹੁਤੇ ਤੋਂ ਬਹੁਤਾ ਸਾਡੇ ਕੋਲ ਆਉਂਦਾ ਹੋਵੇ, ਪਰ ਉਹਨਾਂ ਸਾਰੇ ਧਨ ਪਦਾਰਥਾਂ ਦੇ ਵਿੱਚ ਉਹ ਸੁੱਖ ਨਹੀਂ ਹੈ
ਜਿਹੜਾ ਸੁਖ ਗੁਰੂ ਦੀ ਸੰਗਤ ਵਿੱਚ ਪ੍ਰਾਪਤ ਹੁੰਦਾ ਹੈ। ਇਹ ਐਸੀ ਸੰਗਤ ਹੈ ਜਿੱਥੇ ਮਨ ਨੂੰ ਸ਼ਾਂਤੀ ਆਉਂਦੀ ਹੈ, ਮਨ ਨੂੰ ਟਿਕਾ ਆਉਂਦਾ ਹੈ। ਵੱਡੇ ਭਾਗ ਬਣੇ ਜੋ ਸੰਗਤ ਵਿੱਚ ਪ੍ਰਾਪਤ ਹੋਏ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਏ। ਸਤਿਗੁਰੂ ਕਹਿਣ ਲੱਗੇ ਜਿਹੜਾ ਸੁਖ ਸੰਗਤ ਵਿੱਚ ਬੈਠ ਕੇ ਸੇਵਾ ਕਰਕੇ ਆਉਣਾ ਹੈ, ਗੁਰੂ ਕਿਹਾ ਸਿੱਖਾ ਭਾਵੇਂ ਰਾਜ ਭਾਗ ਦਾ ਵੀ ਮਾਲਕ ਬਣ ਜਾ ਤਾਂ ਵੀ ਉਹ ਸੁਖ ਨਹੀਂ ਹੈ ਜਿਹੜਾ ਸੁਖ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ। ਇਹ ਐਸੀ ਵੱਡੀ ਦਾਤ ਨੂੰ ਆਪਾਂ ਸੰਗਤ ਵਿੱਚ ਪ੍ਰਾਪਤ ਹੋਏ ਹਾਂ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਜੋ ਹਨ ਸਰਵਨ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਚੌਥਾ। ਹਰ ਤੀਜੜੀ ਲਾਭ ਮਨ ਚਾਉ ਭਇਆ, ਬੈਰਾਗੀਆ ਬਲਰਾਮ ਜੀਓ। ਸਤਿਗੁਰੂ ਜੀ ਬਖਸ਼ਿਸ਼ ਕਰਦੇ, ਜੋ ਰਾਮ ਰਮਿਆ ਹੋਇਆ ਪਰਮਾਤਮਾ ਹੈ, ਉਸ ਪਰਮਾਤਮਾ ਤੋਂ ਬਲ ਜਾਈਏ, ਬਲਿਹਾਰ ਜਾਈਏ, ਸਦਕੇ ਜਾਈਏ। ਐਸੇ ਪਰਮਾਤਮਾ ਦੀ ਪ੍ਰਾਪਤੀ ਕਰਨ ਦੀ ਜਿਹੜੀ ਤੀਜੀ ਸਿੱਖਿਆ ਹੈ, ਤੀਸਰੀ ਭੂਮਿਕਾ ਹੈ। ਪਹਿਲੀ ਸਿੱਖਿਆ ਇਹ ਸੀ ਸ਼ੁਭ ਇੱਛਾ, ਪਹਿਲੀ ਲਾਮ ਤੋਂ ਭਾਵ। ਦੂਜੀ ਲਾਮ ਤੋਂ ਭਾਵ ਸੀ ਸ਼ੁਭ ਵਿਚਾਰ, ਤੇਰੇ ਵਿਚਾਰ ਚੰਗੇ ਹੋਣ। ਤੀਜੀ ਲਾਭ ਤੋਂ ਭਾਵ ਇਹ ਹੈ ਜਿਸ ਨੂੰ ਕਿਹਾ ਜਾਂਦਾ ਹੈ ਤਨੂੰ ਮਨਸਾ। ਤੀਜੀ ਲਾਭ ਦਾ ਭਾਵ ਤਨੂੰ ਮਨਸਾ ਹੈ। ਤਨੂੰ ਮਨਸਾ ਤੋਂ ਭਾਵ ਕੀ ਹੈ? ਵਿਚਾਰ ਮਾਲਾ ਦੇ ਵਿੱਚ ਵਿਦਵਾਨਾਂ ਨੇ ਲਿਖਿਆ ਤਨੂੰ ਮਨਸਾ ਸੋ ਤੀਸਰੀ ਮਨ ਕੋ ਪ੍ਰਤ ਆਹਾਰ। ਤੀਸਰੀ ਅਵਸਥਾ ਜਿਹੜੀ ਹੈ ਉਸ ਨੂੰ ਤਨੂੰ ਮਨਸਾ ਕਿਹਾ ਹੈ। ਤਨੂੰ ਮਨਸਾ ਤੋਂ ਭਾਵ ਹੈ ਆਪਣੇ ਮਨ ਨੂੰ। ਇਹ ਜਿਹੜਾ ਸਾਡਾ ਮਨ ਹਰ ਵੇਲੇ ਦੌੜਿਆ ਫਿਰਦਾ ਹੈ, ਇਸ ਮਨ ਨੂੰ ਰੋਕਣਾ, ਇਹਨੂੰ ਤਨੂੰ ਮਨਸਾ ਕਹਿੰਦੇ। ਇਹ ਤੀਸਰੀ ਅਵਸਥਾ ਹੈ। ਕਈ ਵਾਰੀ ਅਸੀਂ ਇਹ ਬਚਨ ਸਰਵਣ ਕਰਦੇ ਹਾਂ, ਜੇ ਮਨ ਨਹੀਂ ਟਿਕਦਾ ਜਾਂ ਮਨ ਨਹੀਂ ਰੁਕਦਾ ਤੇ ਬਾਣੀ ਪੜ੍ਹਨ ਦਾ ਕੀ ਫਾਇਦਾ ਹੈ? ਪਰ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਮਨ ਦਾ ਰੁਕਣਾ ਨਹੀਂ ਲਿਖਿਆ, ਸਭ ਤੋਂ ਪਹਿਲਾਂ ਲਿਖਿਆ ਸ਼ੁਭ ਇੱਛਾ। ਤੇਰੀਆਂ ਇੱਛਾ ਜਿਹੜੀਆਂ ਨੇ ਉਹ ਚੰਗੀਆਂ ਹੋਣ, ਭਲੇ ਦੀਆਂ ਹੋਣ। ਪਹਿਲਾ ਬਚਨ ਇਹ ਹੈ। ਉਹਦੇ ਤੋਂ ਅਗਲੀ ਸਟੇਜ ਇਹ ਮਿਲੀ ਹੈ ਸ਼ੁਭ ਵਿਚਾਰ। ਫਿਰ ਤੇਰੇ ਵਿਚਾਰ ਚੰਗੇ ਹੋ ਜਾਣ। ਜਦੋਂ ਇੱਛਾਵਾਂ ਸ਼ੁਭ ਹੋ ਜਾਣਗੀਆਂ, ਤੇਰੇ ਵਿਚਾਰ ਚੰਗੇ ਹੋ ਜਾਣਗੇ, ਫਿਰ ਤੀਸਰੀ ਪੌੜੀ ਤੇਰੇ ਵਾਸਤੇ ਹੈ ਮਨ ਦਾ ਟਿਕਾ। ਪਰ ਤੂੰ ਤੀਸਰੀ ਪੌੜੀ ਨੂੰ ਪਹਿਲਾਂ ਹੀ ਫੜ ਕੇ ਬੈਠ ਗਿਆ ਵੀ ਜੇ ਮਨ ਨਹੀਂ ਟਿਕਦਾ ਤੇ ਬਾਣੀ ਪੜ੍ਹਨ ਦਾ ਕੀ ਲਾਭ ਹੈ? ਪਹਿਲਾਂ ਆਪਣੇ ਵਿਚਾਰ ਬਦਲ, ਪਹਿਲਾਂ ਆਪਣੀਆਂ ਇੱਛਾਵਾਂ ਬਦਲ। ਇੱਛਾ ਤੇ ਤੇਰੀ ਇਹ ਹੈ ਵੀ ਦੂਜੇ ਦਾ ਮੈਂ ਨੁਕਸਾਨ ਕਰਾਂ, ਇਹਦਾ ਭਲਾ ਕਿਉਂ ਹੋ ਰਿਹਾ, ਚੰਗਾ ਕਿਉਂ ਹੋ ਰਿਹਾ। ਆਖਦਾ ਪਿਆ ਮੇਰਾ ਮਨ ਨਹੀਂ ਟਿਕਦਾ। ਪਰ ਕਾ ਬੁਰਾ ਨਾ ਰਾਖੋ ਚੀਤ। ਪਹਿਲਾਂ ਇਹ ਬਚਨ ਕਮਾ। ਜਦੋਂ ਤੇਰੀਆਂ ਇੱਛਾ ਸ਼ੁਭ ਹੋ ਗਈਆਂ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਕੁਝ ਔਗਣਾਂ ਦੇ ਵੱਲੋਂ ਤੇਰਾ ਮਨ ਪਰੇ ਹੋ ਜਾਏਗਾ। ਤੇ ਇਹਦੇ ਤੋਂ ਅੱਗੇ ਫਿਰ ਦੂਸਰਾ ਬਚਨ ਹੈ ਸ਼ੁਭ ਵਿਚਾਰ। ਤੇਰੇ ਵਿਚਾਰ ਸ਼ੁਭ ਹੋ ਜਾਣੇ, ਭਲੇ ਦੇ ਕੰਮ ਕਰਨ ਲੱਗ ਪੈਣਾ। ਤੀਸਰਾ ਬਚਨ ਤਨੂੰ ਮਨਸ਼ਾ, ਮਨ ਦਾ ਰੁਕਣਾ। ਮਹਾਰਾਜ ਕਹਿਣ ਲੱਗੇ ਹਰ ਤੀਜੜੀ ਲਾਭ ਮਨ ਚਾਉ ਭਇਆ, ਬੈਰਾਗੀਆ ਬਲਰਾਮ ਜੀਓ। ਜੋ ਰਾਮ ਰਮਿਆ ਹੋਇਆ ਹੈ ਨਾ, ਉਸ ਰਾਮ ਤੋਂ ਬਲਿਹਾਰ ਜਾਈਏ। ਉਹਦੀ ਪ੍ਰਾਪਤੀ ਦੀ ਜਿਹੜੀ ਤੀਜੀ ਲਾਭ ਹੈ, ਤੀਜੀ ਪਰਿਕਰਮਾ ਹੈ, ਉਹਨੂੰ ਤਨੂੰ ਮਨਸ਼ਾ ਆਖਿਆ ਹੈ ਕਿ ਮਨ ਨੂੰ ਰੁਕਣਾ, ਫਿਰ ਮਨ ਨੂੰ ਸੂਖਮ ਕਰਨਾ। ਇਸੇ ਨੂੰ ਤਨੂੰ ਮਨਸਾ ਕਹਿੰਦੇ ਨੇ। ਮਨ ਨੂੰ ਸੂਖਮ ਕਰਕੇ
ਪਰਮਾਤਮਾ ਦੀ ਪ੍ਰਾਪਤੀ ਦੇ ਵਿੱਚ ਲਾਉਣਾ, ਬੈਰਾਗੀਆਂ ਦੀ ਨਿਆਈ ਮਨ ਵਿੱਚ ਚਾਹ ਹੋਣਾ, ਇਹਨੂੰ ਕਿਹਾ ਜਾਂਦਾ ਤਨੂੰ ਮਨਸਾ। ਗੁਰਮੁਖੋ, ਇਹ ਲਾਵਾਂ ਨਾਮ ਦੀ ਜਿਹੜੀ ਬਾਣੀ ਆਪਾਂ ਸਰਵਣ ਕਰਦੇ ਆ ਨਾ, ਇਹ ਸਾਨੂੰ ਇੱਕ ਨਹੀਂ ਕਈ ਤਰ੍ਹਾਂ ਦੇ ਉਪਦੇਸ਼ ਇਹਦੇ ਵਿੱਚੋਂ ਪ੍ਰਾਪਤ ਹੁੰਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀਆਂ ਨੇ ਜੋ ਲਾਵਾਂ ਹਨ ਉਹਦੇ ਬਾਬਤ ਇਹ ਬਚਨ ਲਿਖਿਆ ਹੈ। ਲਾਵਾਂ ਬਹੁ ਵਚਨ ਸ਼ਬਦ ਹੈ, ਇੱਕ ਲਾਮ ਨਹੀਂ ਹੈ, 2 3 4 ਨੇ, ਇਸ ਕਰਕੇ ਬਹੁ ਵਚਨ ਹੋਣ ਕਰਕੇ ਉਹਨਾਂ ਨੂੰ ਕਹਿ ਦਿੱਤਾ ਲਾਵਾਂ। ਪਰ ਅਸਲ ਵਿੱਚ ਇਹ ਸ਼ਬਦ ਬਣਿਆ ਹੈ ਲਾਭ ਤੋਂ। ਲਾਭ ਕਿਹਨੂੰ ਕਹਿੰਦੇ ਨੇ? ਵਿਦਵਾਨ ਕਹਿਣ ਲੱਗੇ ਲਾਭ ਉਹ ਲੱਜਾ ਹੈ, ਉਹ ਰੱਸਾ ਹੈ ਜਿਹਦੇ ਨਾਲ ਬੇੜੀ ਨੂੰ ਬੰਨ੍ਹਿਆ ਜਾਂਦਾ ਹੈ, ਤਾਂ ਕਿ ਜੇ ਪਾਣੀ ਦੀ ਛੱਲ ਆਵੇ ਬੇੜੀ ਆਪਣੇ ਆਪ ਰੁੜ ਕੇ ਪਾਣੀ ਵਿੱਚ ਨਾ ਚਲੇ ਜਾਵੇ। ਰੱਸਾ ਉਹਨੂੰ ਬੰਨ੍ਹ ਕੇ ਰੱਖੇ। ਰੱਸਾ ਬੇੜੀ ਨੂੰ ਫੜ ਕੇ ਖੜਾ ਹੋਇਆ, ਬੇੜੀ ਰੱਸੇ ਨੂੰ ਫੜ ਕੇ ਖਲੋਤੀ ਹੈ। ਇਸੇ ਤਰ੍ਹਾਂ ਇਹ ਜੋ ਗ੍ਰਸਤੀ ਧਰਮ ਹੈ, ਗ੍ਰਸਤ ਮਾਰਗ ਹੈ, ਇਹ ਪਤੀ ਪਤਨੀ ਵੀ ਦੋਨੇ ਇੱਕ ਦੂਜੇ ਦੇ ਰਿਸ਼ਤੇ ਦੇ ਨਾਲ ਬੱਧੇ ਹੋਏ, ਇੱਕ ਦੂਜੇ ਨੂੰ ਰਿਸ਼ਤਾ ਬੰਨ੍ਹ ਕੇ ਰੱਸੇ ਦੀ ਨਿਆਈ ਖਲੋਤਾ ਹੈ। ਦੁਨੀਆ ਵਿੱਚ ਦੁੱਖ ਆ ਜਾਵੇ, ਦੁਨੀਆ ਵਿੱਚ ਸੁੱਖ ਆ ਜਾਵੇ, ਦੁਨੀਆ ਵਿੱਚ ਪਦਾਰਥ ਆ ਜਾਣ, ਉਹ ਪਦਾਰਥ ਇਹਨੂੰ ਡਲਾ ਨਾ ਸਕਣ, ਕਿਸੇ ਪਾਸੇ ਤੋੜ ਕੇ ਲੈ ਨਾ ਜਾਣ। ਕਹਿਣ ਲੱਗੇ ਉਸ ਨੂੰ ਲਾਭ ਆਖਿਆ ਜਾਂਦਾ ਹੈ ਕਿ ਜਿਵੇਂ ਰੱਸੇ ਨੇ ਬੇੜੀ ਨੂੰ ਫੜਿਆ ਹੋਇਆ ਹੈ, ਉਹ ਬੇੜੀ ਨੂੰ ਜਾਣ ਨਹੀਂ ਦਿੰਦਾ ਹੈ। ਇਸੇ ਤਰ੍ਹਾਂ ਪਤੀ ਪਤਨੀ ਇੱਕ ਦੂਜੇ ਨੂੰ ਵਕਾਰਾਂ ਦੇ ਵੱਲ ਨਹੀਂ ਜਾਣ ਦਿੰਦੇ, ਇੱਕ ਦੂਜੇ ਨੂੰ ਦੁੱਖਾਂ ਦੇ ਵਿੱਚ ਛੱਡ ਕੇ ਦੌੜਦੇ ਨਹੀਂ, ਇੱਕ ਦੂਜੇ ਨੂੰ ਸੁੱਖ ਆਉਣ ਕਰਕੇ, ਪਦਾਰਥ ਆਉਣ ਕਰਕੇ ਛੱਡ ਕੇ ਨਹੀਂ ਜਾਂਦੇ। ਗੁਰਮੁਖੋ, ਲਾਭ ਤੋਂ ਭਾਵ ਹੈ ਉਹ ਰੱਸਾ ਜਿਹਦੇ ਨਾਲ ਬੇੜੀ ਬੰਨੀ ਦੀ ਹੈ, ਤਾਂ ਕਿ ਬੇੜੀ ਕਿਨਾਰੇ 'ਤੇ ਖਲੋਤੀ ਰਵੇ, ਇੱਧਰ ਉੱਧਰ ਡੋਲੇ ਨਾ। ਗ੍ਰਸਤੀ ਧਰਮ ਰੂਪੀ ਜਿਹੜੀ ਬੇੜੀ ਹੈ, ਉਹ ਦੋਨਾਂ ਮੀਆਂ ਬੀਬੀ ਦੇ ਰਿਸ਼ਤੇ ਦੇ ਨਾਲ, ਰਿਸ਼ਤਾ ਕੀ ਹੈ, ਰੱਸੇ ਦੇ ਨਾਲ ਬੱਧੀ ਹੋਈ ਹੈ ਕਿ ਸੰਸਾਰ ਦੇ ਦੁੱਖ ਸੁੱਖ, ਸੰਸਾਰ ਦੇ ਪਦਾਰਥ ਵਸਤੂਆਂ ਇਹਨਾਂ ਨੂੰ ਡਲਾ ਨਾ ਸਕਣ, ਜਾਂ ਵਿਸ਼ੇ ਵਿਕਾਰ ਦੀ ਭਾਵਨਾ ਹੋਣ ਕਰਕੇ ਦੋਨੇ ਜਾਣੇ ਇੱਕ ਦੂਜੇ ਦੇ ਜੀਵਨ ਤੋਂ ਗਿਰ ਨਾ ਜਾਣ, ਟੁੱਟ ਨਾ ਜਾਣ, ਵਿਕਾਰੀ ਨਾ ਹੋ ਜਾਣ। ਉਸ ਚੀਜ਼ ਤੋਂ ਜਿਹੜੀ ਚੀਜ਼ ਬਚਾਉਂਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਲਾਭ। ਲਾਭ ਤੋਂ ਭਾਵ ਰੱਸਾ ਜਿਹੜਾ ਬੇੜੀ ਨੂੰ ਬੰਨੀ ਖਲੋਤਾ ਹੈ, ਜਿਹੜਾ ਪਤੀ ਪਤਨੀ ਦੇ ਰਿਸ਼ਤੇ ਨੂੰ ਬੰਨ੍ਹ ਕੇ ਖਲੋਤਾ ਹੈ। ਇਹ ਭਾਈ ਵੀਰ ਸਿੰਘ ਜੀਆਂ ਨੇ ਲਾਭ ਦੇ ਅਰਥ ਕੀਤੇ। ਔਰ ਇੱਥੇ ਹੀ ਬਸ ਨਹੀਂ, ਦੂਸਰੇ ਅਰਥ ਉਹਨਾਂ ਨੇ ਇੱਕ ਹੋਰ ਕੀਤੇ ਨੇ। ਕਹਿਣ ਲੱਗੇ ਪਹਿਲੇ ਸਮੇਂ ਦੇ ਵਿੱਚ ਲੋਕ ਫਸਲ ਕੱਟ ਕੇ ਛੋਟੀਆਂ ਛੋਟੀਆਂ ਉਸ ਦੀਆਂ ਪੰਡਾਂ ਬੰਨ੍ਹ ਕੇ ਉਹਨਾਂ ਗਠੜੀਆਂ ਨੂੰ ਸੁੱਟਿਆ ਜਾਂਦਾ ਅਤੇ ਉੱਪਰ ਉਹਨਾਂ ਦੇ ਬਲਦਾਂ ਨੂੰ ਫੇਰਿਆ ਜਾਂਦਾ, ਜਿਹਨੂੰ ਕਹਿੰਦੇ ਗਾਹ ਪਾਇਆ ਹੈ, ਗਾਹ ਪਾਉਣਾ ਹੈ। ਉਹ ਬਲਦ ਜਿਹੜੇ ਸਨ ਉਹ ਗੋਲ ਗੋਲ ਘੁੰਮਦੇ ਸਨ ਉਹਦੇ ਉੱਪਰ। ਉਹ ਜਿਹੜਾ ਗੋਲ ਗੋਲ ਘੁੰਮਣਾ ਹੈ ਵਾਰ-ਵਾਰ, ਉਸ ਨੂੰ ਲਾਭ ਕਿਹਾ ਜਾਂਦਾ ਹੈ। ਗੋਲ ਘੁੰਮਣ ਤੋਂ ਭਾਵ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਪਰਿਕਰਮਾ ਕਰਨੀਆਂ। ਇਹ ਦੂਸਰਾ ਅਰਥ ਉਹਨਾਂ ਨੇ ਕੀਤਾ ਹੈ ਕਿ ਜਿਵੇਂ ਗਾਹ ਦੇ ਵਿੱਚ ਬਲਦ ਜਾਂ ਝੋਟੇ ਘੁਮਾਏ ਜਾਂਦੇ, ਵਾਰ-ਵਾਰ ਗਾਹ ਪਾਇਆ ਹੈ, ਫਲਾ ਪਾਇਆ ਹੈ। ਕਹਿਣ ਲੱਗੇ ਉਹ ਫਲਾ ਪਾਉਣ ਤੋਂ ਭਾਵ ਜਾਂ ਗਾਹ ਪਾਉਣ ਤੋਂ ਭਾਵ ਉਹਨਾਂ ਦਾ ਘੁੰਮਣਾ ਹੈ, ਪਰਿਕਰਮਾ ਹਨ, ਵਾਰ-ਵਾਰ ਘੁੰਮ ਕੇ ਆਉਣਾ। ਇਹ ਲਾਭ ਦਾ ਦੂਜਾ ਅਰਥ ਉਹਨਾਂ ਨੇ ਘੁੰਮਣਾ ਕੀਤਾ, ਪਰਿਕਰਮਾ ਕੀਤੀਆਂ। ਲਾਭ ਤੋਂ ਭਾਵ ਹੈ ਘੁੰਮਣਾ, ਪਰਿਕਰਮਾ ਕਰਨੀਆਂ ਗੁਰੂ ਦੀਆਂ। ਸੋ ਐਸੇ ਜਿਹੜੇ ਬਚਨ ਹਨ ਉਹ ਉਹਨਾਂ ਨੇ ਆਪਣੇ ਇਸ ਵਿਚਾਰਾਂ ਦੇ ਵਿੱਚ, ਆਪਣੇ ਗ੍ਰੰਥਾਂ ਦੇ ਵਿੱਚ ਭਾਈ ਵੀਰ ਸਿੰਘ ਜੀਆਂ ਨੇ ਦੇ ਕੇ ਸਾਨੂੰ ਸਮਝਾਇਆ ਹੈ ਕਿ ਲਾਭ ਕਿਹਨੂੰ ਕਹਿੰਦੇ ਨੇ। ਲਾਭ ਦਾ ਇੱਕ ਅਰਥ ਉਹ ਰੱਸਾ ਜਿਹਦੇ ਨਾਲ ਬੇੜੀ ਬੰਨ੍ਹੀ ਗਈ ਹੈ, ਪਤੀ ਪਤਨੀ ਦਾ ਉਹ ਰਿਸ਼ਤਾ ਜਿਹਦੇ ਨਾਲ ਦੋਨਾਂ ਦੇ ਮਨ ਦੇ ਵਿਕਾਰਾਂ ਨੂੰ ਬੰਨ੍ਹ ਲਿਆ ਹੈ, ਵਿਕਾਰਾਂ ਵਿੱਚ ਡੋਲਣ ਨਹੀਂ ਦਿੰਦੇ। ਪਤੀ ਪਤਨੀ ਦਾ ਉਹ ਰਿਸ਼ਤਾ ਜਿਹੜੇ ਦੁੱਖ ਦੇ ਵਿੱਚ ਇੱਕ ਦੂਜੇ ਨੂੰ ਛੱਡ ਕੇ ਜਾ ਨਹੀਂ ਸਕਦੇ, ਇੱਕ ਦੂਜੇ ਦੇ ਨਾਲ ਖੜੇ ਹੋਏ। ਪਤੀ ਪਤਨੀ ਦਾ ਉਹ ਰਿਸ਼ਤਾ ਜਿਹੜੇ ਬਹੁਤੇ ਪਦਾਰਥ ਆਉਣ ਦੇ ਨਾਲ, ਸੁੱਖ ਮਿਲਣ ਦੇ ਨਾਲ ਵੀ ਇੱਕ ਦੂਜੇ ਨੂੰ ਛੱਡ ਕੇ ਪਰੇ ਨਹੀਂ ਹੁੰਦੇ, ਉਸ ਨੂੰ ਕਿਹਾ ਜਾਂਦਾ ਹੈ ਲਾਭ। ਲਾਭ ਤੋਂ ਭਾਵ ਲਾਵਾਂ, ਇਹ ਹੈ ਲਾਵਾਂ ਦਾ ਭਾਵ।
ਕਿ ਜੇ ਬਹੁਤੇ ਪਦਾਰਥ ਆ ਗਏ ਤਲਾਕ ਲੈ ਲਓ, ਮੇਰਾ ਤੇਰੇ ਨਾਲ ਨਹੀਂ ਜਿਹੜਾ ਹੈ ਉਹ ਮਨ ਨਹੀਂ ਭਿੱਜਦਾ ਹੈ। ਜੇ ਦੁੱਖ ਆ ਗਿਆ ਤੇ ਪਤਨੀ ਛੱਡ ਕੇ ਚਲੇ ਗਈ ਹੈ ਜਾਂ ਪਤੀ ਛੱਡ ਕੇ ਚਲਾ ਗਿਆ ਹੈ, ਉਹਨਾਂ ਨੂੰ ਪਤੀ ਪਤਨੀ ਨਹੀਂ ਕਿਹਾ ਜਾਏਗਾ। ਪਤੀ ਪਤਨੀ ਉਹ ਨੇ ਜਿਹੜੇ ਦੁੱਖ ਦੇ ਵਿੱਚ ਵੀ ਨਾਲ ਨੇ, ਸੁੱਖ ਦੇ ਵਿੱਚ ਵੀ ਨਾਲ ਨੇ, ਜਿਹੜੇ ਇੱਕ ਦੂਜੇ ਨੂੰ ਵਿਕਾਰਾਂ ਦੇ ਵਿੱਚ ਜਾਣ ਨਹੀਂ ਦਿੰਦੇ, ਇੱਕ ਦੂਜੇ ਨੂੰ ਰੋਕ ਕੇ ਰੱਖਦੇ ਨੇ, ਉਹਨੂੰ ਕਿਹਾ ਜਾਂਦਾ ਹੈ ਪਤੀ ਪਤਨੀ। ਉਹ ਰਿਸ਼ਤਾ ਜਿਹੜਾ ਇਸ ਤਰ੍ਹਾਂ ਇੱਕ ਦੂਜੇ ਨਾਲ ਬੱਧਾ ਹੋਇਆ ਹੈ, ਉਹਨੂੰ ਲਾਮ ਆਖਦੇ। ਤੇ ਗੁਰੂ ਪਾਤਸ਼ਾਹ ਨੇ ਇਸ ਬਾਣੀ ਦਾ ਨਾਮ ਲਾਵਾਂ ਰੱਖ ਦਿੱਤਾ। ਲਾਵਾਂ ਹੁਣ ਬਹੁ ਵਚਨ ਹੈ, ਕਿਉਂਕਿ ਲਾਮ ਇੱਕ ਨਹੀਂ ਹੈ, ਚਾਰ ਨੇ, ਤੇ ਤਾਂ ਇਹਨਾਂ ਨੂੰ ਲਾਵਾਂ ਆਖਿਆ ਜਾਂਦਾ ਹੈ। ਭਾਈ ਵੀਰ ਸਿੰਘ ਜੀਆਂ ਨੇ ਇਹ ਉਦਾਹਰਨ ਦਿੱਤੀ ਹੈ। ਸਤਿਗੁਰੂ ਕਹਿਣ ਲੱਗੇ, ਹਰ ਤੀਜੜੀ ਲਾਭ ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀ। ਤੀਜੀ ਲਾਮ ਇਹ ਹੈ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਮਨ ਨੂੰ ਰੋਕਣਾ, ਮਨ ਨੂੰ ਰੋਕ ਕੇ ਰੱਖੇ, ਮਨ ਨੂੰ ਵਿਕਾਰਾਂ ਵਿੱਚ ਨਾ ਜਾਣ ਦੇਵੇ। ਇਹ ਹੈ ਤੀਜੀ ਲਾਭ ਦਾ ਭਾਵ, ਮਨ ਨੂੰ ਸੂਖਮ ਕਰ ਲੈਣਾ। ਤੇ ਆਪਾਂ ਪਹਿਲਾਂ ਵੀ ਇਹ ਬਚਨ ਸਰਵਣ ਕੀਤੇ ਸਨ ਕਿ ਪਹਿਲੀ ਪੌੜੀ ਮਨ ਰੋਕਣਾ ਨਹੀਂ ਹੈ, ਪਹਿਲੀ ਪੌੜੀ ਹੈ ਸ਼ੁਭ ਇੱਛਾ, ਦੂਜੀ ਪੌੜੀ ਹੈ ਸ਼ੁਭ ਵਿਚਾਰ, ਤੇ ਤੀਜੀ ਪੌੜੀ ਹੈ ਮਨ ਨੂੰ ਸੂਖਮ ਕਰਨਾ, ਰੋਕ ਲੈਣਾ। ਦੁਨੀਆ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਨੇ, ਕਈ ਤਰ੍ਹਾਂ ਦੀਆਂ ਵਿਚਾਰਾਂ ਨੇ। ਕੁਝ ਲੋਕ ਦੁਨੀਆ ਵਿੱਚ ਉਹ ਨੇ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਕੇਵਲ ਵਿਆਹ ਇਸ ਵਾਸਤੇ, ਵਿਆਹ ਨੂੰ ਇਹ ਸਮਝ ਲਿਆ ਵੀ ਸੰਤਾਨ ਹੀ ਪੈਦਾ ਕਰਨੀ ਹੈ। ਤੇ ਜੇ ਆਪਾਂ ਵਾਸਤਵ ਦੇ ਵਿੱਚ ਵੇਖੀਏ ਕਿ ਆਪਾਂ ਦੁਨੀਆ ਵਿੱਚ ਬੱਚੇ ਪੈਦਾ ਕਰਨ ਆਏ, ਬੱਚੇ ਤੇ ਪਸ਼ੂ ਵੀ ਪੈਦਾ ਕਰਦਾ, ਬੱਚੇ ਤੇ ਪੰਛੀ ਵੀ ਪੈਦਾ ਕਰਦਾ, ਕਿ ਵਿਆਹ ਕਰਾਉਣਾ ਕੇਵਲ ਬੱਚੇ ਪੈਦਾ ਕਰਨਾ ਹੈ। ਸਤਿਗੁਰੂ ਗੁਰਬਾਣੀ ਵਿੱਚ ਕਹਿਣ ਲੱਗੇ, ਆਇਓ ਸੁਣਨ ਪੜ੍ਹਨ ਕੋ ਬਾਣੀ। ਹੁਣ ਬਾਣੀ ਪਸ਼ੂ ਨਹੀਂ ਪੜ੍ਹ ਸਕਦਾ, ਪੰਛੀ ਵੀ ਨਹੀਂ ਪੜ੍ਹ ਸਕਦਾ, ਮਨੁੱਖ ਪੜ੍ਹ ਸਕਦਾ, ਪਰ ਮਨੁੱਖ ਨੇ ਬਾਣੀ ਪੜ੍ਹਨੀ ਛੱਡ ਕੇ ਪਸ਼ੂ ਪੰਛੀਆਂ ਵਾਲਾ ਕੰਮ ਕਿ ਮੈਂ ਦੁਨੀਆ ਵਿੱਚ ਸੰਤਾਨ ਪੈਦਾ ਕਰਨਾ ਹੈ। ਇਹ ਪਰਿਵਾਰ ਦਾ, ਇਹ ਬੱਚਿਆਂ ਦਾ ਐਸਾ ਮੋਹ ਹੈ, ਐਸਾ ਜਕੜਬੰਦ ਹੈ ਜਿਹੜਾ ਤੈਨੂੰ ਸੰਸਾਰ ਵਿੱਚੋਂ ਨਿਕਲਣ ਨਹੀਂ ਦੇਵੇਗਾ, ਸੰਸਾਰ ਵਿੱਚੋਂ ਮੁਕਤ ਨਹੀਂ ਹੋਣ ਦੇਵੇਗਾ। ਸਤਿਗੁਰਾਂ ਨੇ ਗੁਰਬਾਣੀ ਵਿੱਚ ਲਿਖਿਆ ਨਾ, ਕਹਿਣ ਲੱਗੇ ਅੰਤ ਕਾਲ ਜੋ ਪੁੱਤਰ ਸਿਮਰੈ। ਜਕੜਬੰਦ ਹੀ ਹੈ ਨਾ, ਪੁੱਤਰ ਤੇ ਪੈਦਾ ਹੋ ਗਿਆ, ਸੋਹਣੇ ਨੇ, ਆਗਿਆਕਾਰੀ ਨੇ, ਮਰਨ ਵੇਲੇ ਉਹਨਾਂ ਨੂੰ ਚੇਤੇ ਕਰ ਲਿਆ। ਉਹ ਪੁੱਤਰਾਂ ਦੇ ਮੋਹ ਨੇ ਸੰਸਾਰ ਵਿੱਚ ਲੈ ਆਂਦਾ, ਛੁੱਟਿਆ ਤੇ ਫਿਰ ਵੀ ਨਹੀਂ। ਇਹੋ ਜਿਹਾ ਜਕੜਬੰਦ ਪਿਆ, ਪਹਿਲਾਂ ਤੇ ਪੁੱਤਰਾਂ ਦੀ ਪ੍ਰਾਪਤੀ ਵਾਸਤੇ ਭੱਜਾ ਫਿਰਿਆ, ਜੇ ਪੈਦਾ ਹੋ ਗਿਆ ਹੁਣ ਉਹਨਾਂ ਦਾ ਮੋਹ ਨਹੀਂ ਛੱਡ ਸਕਦਾ। ਅੰਤਕਾਲ ਜੋ ਇਸਤਰੀ ਸਿਮਰੈ, ਘਰ ਵਾਲੀ ਵਿਆਹ ਕੇ ਲੈ ਆਂਦੀ ਹੈ, ਉਹਦੇ ਵਿੱਚ ਮੋਹ ਪੈ ਗਿਆ ਹੈ, ਹੁਣ ਉਹਨੂੰ ਛੱਡ ਨਹੀਂ ਸਕਦਾ ਹੈ। ਮਰਨ ਵੇਲੇ ਉਹ ਚੇਤੇ ਹੈ, ਤੇ ਮਹਾਰਾਜ ਕਹਿਣ ਲੱਗੇ ਮੁਕਤ ਫਿਰ ਵੀ ਨਹੀਂ ਹੋਇਆ, ਫਿਰ ਵੀ ਜਨਮ ਦੇ ਵਿੱਚ ਪੈ ਗਿਆ। ਇਹ ਪੁੱਤਰਾਂ ਦਾ, ਇਹ ਪਰਿਵਾਰ ਦਾ ਜਿਹੜਾ ਮੋਹ ਹੈ, ਇਹ ਇੱਕ ਐਸਾ ਜਕੜਬੰਦ ਹੈ ਜਿਹਦੇ ਵਿੱਚੋਂ ਨਿਕਲਿਆ ਨਹੀਂ ਜਾਵੇਗਾ, ਛੁੱਟਿਆ ਨਹੀਂ ਜਾਵੇਗਾ। ਤੂੰ ਦੁਨੀਆ ਦੇ ਵਿੱਚ ਸੰਤਾਨ ਪੈਦਾ ਕਰਨ ਨਹੀਂ ਆਇਆ, ਤੂੰ ਦੁਨੀਆ ਦੇ ਵਿੱਚ ਨਾਮ ਜਪਣ ਆਇਆ। ਤੇ ਜਦੋਂ ਅਸੀਂ ਨਾਮ ਜਪਦੇ ਹਾਂ ਨਾ, ਬਾਣੀ ਪੜ੍ਹਦੇ ਹਾਂ, ਸਾਡੇ ਮਨ ਵਿੱਚ ਕਈ ਵਾਰੀ ਵਿਕਾਰ ਪੈਦਾ ਹੋ ਜਾਂਦੇ, ਵਿਸ਼ੇ ਵਾਸ਼ਨਾ ਪੈਦਾ ਹੋ ਜਾਂਦੀ। ਉਸ ਵਿਸ਼ੇ ਵਾਸ਼ਨਾ ਦਾ ਬੱਧਾ ਹੋਇਆ ਮਨੁੱਖ ਫਿਰ ਕੁਕਰਮ ਕਰਦਾ ਹੈ, ਵਿਕਾਰ ਭੋਗਣ ਵਾਸਤੇ ਬਾਹਰ ਚਲੇ ਜਾਂਦਾ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਨ ਹੈ। ਜਦੋਂ ਕਾਮ ਦੀ ਵਾਸ਼ਨਾ ਲੈ ਕੇ ਦੂਜੇ ਘਰੇ ਜਾਵੇਗਾ ਨਾ, ਇਹੋ ਜਿਹਾ ਪਾਪ ਹੋ ਗਿਆ ਜਿਹੜਾ ਬਹੁਤ ਸਾਰੀਆਂ ਜੂਨਾਂ ਵਿੱਚ ਲੈ ਕੇ ਚਲਾ ਜਾਏਗਾ। ਨਿਮਖ ਕਾਮ ਸਵਾਦ ਕਾਰਨ ਕੋਟ ਦਿਵਸ ਦੁੱਖ ਪਾਵੈ। ਕਰੋੜਾਂ ਦਿਨ ਮਹਾਰਾਜ ਨੇ ਲਿਖਿਆ, ਕੋਈ 1000 ਦਿਨ ਜਾਂ 100 ਦਿਨ ਨਹੀਂ, ਕੋਟ ਦਿਵਸ, ਕੋਟ ਤੋਂ ਭਾਵ ਕਰੋੜਾਂ ਦਿਨ। ਜਿਸ ਕਾਮ ਦੇ ਸਵਾਦ ਨੂੰ ਕੁਝ ਮਿੰਟਾਂ ਵਾਸਤੇ ਭੋਗਦਾ ਪਿਆ, ਇਹਦੀ ਸਜ਼ਾ ਤੈਨੂੰ ਕਰੋੜਾਂ ਦਿਨ ਮਿਲੇਗੀ। ਐਡੀ ਵੱਡੀ ਸਜ਼ਾ ਹੈ। ਸਤਿਗੁਰਾਂ ਨੇ ਉਹ ਸਜ਼ਾ ਤੋਂ ਬਚਾਉਣ ਵਾਸਤੇ ਪਤੀ ਪਤਨੀ ਦਾ ਰਿਸ਼ਤਾ ਇਹ ਬਣਿਆ ਹੈ।
ਕਿ ਜੇ ਵਿਕਾਰ ਦੀ ਕਿਤੇ ਭਾਵਨਾ ਆਉਂਦੀ ਹੈ ਤੇ ਪਤੀ ਪਤਨੀ ਦੋਨੇ ਜਾਣੇ ਇੱਕ ਦੂਜੇ ਨਾਲ ਮਿਲ ਕੇ ਉਸ ਵਿਕਾਰ ਦੀ ਵਾਸ਼ਨਾ ਨੂੰ ਦੂਰ ਕਰ ਲੈਣ, ਪਰੇ ਕਰ ਲੈਣ। ਪਰ ਜਪਣਾ ਫਿਰ ਵੀ ਨਾਮ ਹੀ ਹੈ ਕਿ ਮਨ ਸ਼ਾਂਤ ਹੈ, ਹੁਣ ਨਾਮ ਜਪ ਲਈਏ। ਪਰ ਉਹਦਾ ਫਲ ਸਰੂਪ ਇਹ ਨਹੀਂ ਵੀ ਵਿਕਾਰ ਵਿੱਚ ਡੁੱਬੇ ਹੀ ਰਹਿਣਾ ਹੈ ਕਿ ਮੰਨ ਲਓ ਅਸੀਂ ਵਿਆਹ ਕਰਵਾ ਲਿਆ, ਸਾਨੂੰ ਹੁਣ ਇੱਕ ਸਰਟੀਫਿਕੇਟ ਮਿਲ ਗਿਆ, ਸਾਨੂੰ ਇੱਕ ਲਾਇਸੈਂਸ ਮਿਲ ਗਿਆ ਹੈ ਵੀ ਅਸੀਂ ਹੁਣ ਵਿਕਾਰ ਹੀ ਦਿਨੇ ਰਾਤ ਭੋਗੀ ਜਾਈਏ। ਨਹੀਂ, ਇਸ ਤਰ੍ਹਾਂ ਦੀ ਬਿਰਤੀ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਰਾਚ ਰਹਿ ਬਣਤਾ ਵਿਨੋਦ ਕੁਸਮ ਰੰਗ ਬਿਖ ਸੋਰ। ਜੋ ਲੋਕ ਪੁੱਤਰਾਂ ਦੇ ਮੋਹ ਦੇ ਵਿੱਚ, ਇਸਤਰੀ ਦੇ ਮੋਹ ਦੇ ਵਿੱਚ ਦਿਨੇ ਰਾਤ ਲੱਗੇ ਹੋਏ, ਮਹਾਰਾਜ ਕਹਿਣ ਲੱਗੇ ਉਹ ਵਿਕਾਰਾਂ ਦੇ ਫੁੱਲਾਂ ਵਿੱਚ ਗ੍ਰਸਤ ਹੋ ਗਏ ਨੇ। ਜਿਵੇਂ ਫੁੱਲਾਂ ਦਾ ਰੰਗ ਸਦਾ ਇੱਕ ਜਿਹਾ ਨਹੀਂ ਰਹਿੰਦਾ ਹੈ, ਇਹ ਵਿਕਾਰਾਂ ਦਾ ਸਵਾਦ ਵੀ ਇੱਕੋ ਜਿਹਾ ਨਹੀਂ ਰਹੇਗਾ। ਇਸ ਕਰਕੇ ਗ੍ਰਸਤੀ ਬਣਨਾ, ਵਿਕਾਰੀ ਨਹੀਂ ਬਣਨਾ ਹੈ। ਜਦੋਂ ਕਿਤੇ ਤੇਰਾ ਮਨ ਬਹੁਤਾ ਵਿਕਾਰੀ ਹੋ ਜਾਵੇ, ਉਦੋਂ ਆਪਣੇ ਮਨ ਨੂੰ ਸ਼ਾਂਤ ਕਰਨ ਵਾਸਤੇ ਮਹਾਰਾਜ ਨੇ ਗ੍ਰਸਤ ਧਰਮ ਪੈਦਾ ਕੀਤਾ। ਪਰ ਦਿਨੇ ਰਾਤ ਅੰਨ੍ਹੇਵਾਹ ਕੁਕਰਮ ਦੇ ਵਿੱਚ ਲੱਗੇ ਰਹਿਣਾ, ਇਹ ਵੀ ਇੱਕ ਪਾਪ ਹੈ। ਸਰੀਰ ਦੀ ਸ਼ਕਤੀ ਖਤਮ ਹੁੰਦੀ ਹੈ। ਇਸ ਚੀਜ਼ ਨੂੰ ਪਾਪ ਸਮਝ ਕੇ ਇੱਕ ਦੂਜੇ ਤਬਕੇ ਦੇ ਲੋਕ ਉਹ ਨੇ ਜਿਹੜੇ ਕਹਿੰਦੇ ਜਤੀ ਰਹਿਣਾ ਚਾਹੀਦਾ, ਵਿਆਹ ਕਰਾਉਣਾ ਹੀ ਨਹੀਂ ਚਾਹੀਦਾ। ਸਾਡੇ ਹਿੰਦੁਸਤਾਨ ਦੇ ਵਿੱਚ ਇੱਕ ਐਸਾ ਮਤ ਵੀ ਹੈ ਜਿਹੜੇ ਕਹਿਣ ਲੱਗੇ ਵੀ ਵਿਆਹ ਨਹੀਂ ਕਰਾਉਣਾ ਚਾਹੀਦਾ ਹੈ, ਪਰਿਵਾਰ ਵਾਲੇ ਨਹੀਂ ਹੋਣਾ ਚਾਹੀਦਾ, ਜਤੀ ਸਤੀ ਰਹਿਣਾ ਚਾਹੀਦਾ। ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਲਿਖਿਆ, ਕਹਿਣ ਲੱਗੇ ਜਤੀ ਸਦਾਵੈ ਜੁਗਤ ਨਾ ਜਾਣੈ। ਜਤੀ ਤੇ ਬਣ ਗਿਆ ਵੀ ਵਿਆਹ ਨਹੀਂ ਕਰਾਉਣਾ, ਪਰ ਜਤੀ ਦੀ ਜੁਗਤੀ ਕੀ ਹੈ ਉਹ ਨਹੀਂ ਜਾਣਦਾ ਵੀ ਜਤੀ ਬਣਿਆ ਕਿਸ ਵਾਸਤੇ ਆ। ਜਤੀ ਸਦਾਵੈ ਜੁਗਤ ਨਾ ਜਾਣੈ, ਛੱਡ ਬਹਿ ਘਰ ਬਾਰ। ਕੇਵਲ ਇੰਨਾ ਸਮਝ ਲਿਆ ਵੀ ਘਰ ਛੱਡਣਾ ਹੈ, ਘਰ ਛੱਡਿਆ ਥੋੜ੍ਹੀ ਮੁਕਤੀ ਹੋਵੇਗੀ। ਘਰ ਤੇ ਪਸ਼ੂ ਪੰਛੀ ਵੀ ਜੰਗਲਾਂ ਵਿੱਚ ਰਹਿੰਦੇ, ਸਾਰੀ ਉਮਰ ਜੰਗਲਾਂ ਵਿੱਚ ਭਟਕਦੇ ਰਹਿੰਦੇ, ਪ੍ਰਾਪਤੀ ਤੇ ਉਹਨਾਂ ਨੂੰ ਵੀ ਨਹੀਂ ਹੋਈ। ਜੇ ਤੂੰ ਇਕੱਲਾ ਇਹ ਸਮਝ ਲਵੇਂ ਕਿ ਮੈਂ ਘਰ ਬਾਰ ਹੀ ਛੱਡਣਾ ਹੈ, ਉਹਦਾ ਨਾਮ ਜਤੀ ਹੈ, ਤੇ ਮਹਾਰਾਜ ਕਹਿਣ ਲੱਗੇ ਪ੍ਰਵਾਨ ਤੇ ਉਹ ਵੀ ਨਹੀਂ ਹੋਇਆ ਹੈ। ਜੇ ਆਪਣਾ ਘਰ ਛੱਡ ਦਿੱਤਾ ਤੇ ਤਾਂ ਕੀ ਹੋਇਆ? ਦੂਸਰਿਆਂ ਘਰਾਂ ਦੇ ਵਿੱਚ ਮਾੜੀ ਨਿਗਾਹ ਰੱਖਦਾ ਹੈ। ਬਣਤਾ ਛੋੜ ਬਦ ਨਦਰ ਪਰ ਨਾਰੀ, ਬਾਣੀ ਦਾ ਬਚਨ ਹੈ ਨਾ। ਮੈਂ ਵਿਆਹ ਨਹੀਂ ਕਰਾਵਾਂਗਾ, ਮੈਂ ਪਰਿਵਾਰ ਵਿੱਚ ਨਹੀਂ ਰਵਾਂਗਾ, ਮੈਂ ਜੰਗਲ ਵਿੱਚ ਜਾਵਾਂਗਾ, ਮੈਂ ਤੀਰਥ ਯਾਤਰਾ 'ਤੇ ਚੱਲਿਆ, ਚੰਗੀ ਗੱਲ ਹੈ, ਜਾਤ ਰੱਖ ਲਿਆ ਹੈ। ਪਰ ਜਦੋਂ ਤੀਰਥ ਯਾਤਰਾ 'ਤੇ ਗਿਆ, ਉੱਥੇ ਦੂਸਰਿਆਂ ਦੇ ਘਰਾਂ ਵੱਲ ਵੇਖਦਾ ਪਿਆ, ਦੂਸਰਿਆਂ ਦੇ ਪਰਿਵਾਰਾਂ ਵੱਲ ਵੇਖਦਾ ਪਿਆ। ਮਹਾਰਾਜ ਕਹਿਣ ਲੱਗੇ ਫਿਰ ਕਾਹਦਾ ਜਤੀ ਹੋਇਆ? ਬਿਰਤੀ ਤੇ ਤੇਰੀ ਘੁੰਮ ਘੁਮਾ ਕੇ ਫਿਰ ਵਿਕਾਰਾਂ ਵਿੱਚ ਹੀ ਆ ਗਈ। ਐਸਾ ਜਤੀ ਵੀ ਮਹਾਰਾਜ ਨੇ ਨਹੀਂ ਬਣਾਇਆ ਹੈ ਕਿ ਆਪਣਾ ਘਰ ਛੱਡ ਕੇ ਬਾਹਰ ਤੁਰਿਆ ਫਿਰ। ਐਸਾ ਜਤੀ ਪ੍ਰਵਾਨ ਨਹੀਂ ਹੈ। ਐਸਾ ਗ੍ਰਸਤੀ ਵੀ ਪ੍ਰਵਾਨ ਨਹੀਂ ਹੈ ਕਿ ਦਿਨੇ ਰਾਤ ਵਿਕਾਰ ਹੀ ਭੋਗਦਾ ਰਵੇ, ਵਿਕਾਰੀ ਬਿਰਤੀ ਰੱਖ ਕੇ। ਇਸ ਤਰ੍ਹਾਂ ਦਾ ਗ੍ਰਸਤੀ ਵੀ ਨਹੀਂ ਬਣਨਾ ਹੈ, ਇਸ ਤਰ੍ਹਾਂ ਦਾ ਜਤੀ ਵੀ ਨਹੀਂ ਬਣਨਾ ਹੈ। ਗੁਰਮੁਖੋ, ਇਹ ਤੇ ਦੋ ਪੱਖ ਨੇ ਦੁਨੀਆ ਦੇ। ਤੀਸਰਾ ਪੱਖ ਇੱਕ ਹੋਰ ਵੀ ਹੈ। ਧਾਰਮਿਕ ਸ਼ਾਸਤਰਾਂ ਗ੍ਰੰਥਾਂ ਵਿੱਚ ਜੋ ਲਿਖਿਆ ਹੈ ਕਿ ਇਸਤਰੀ ਨੂੰ ਜੁੱਤੀ ਦੇ ਸਮਾਨ ਜਾਣਨਾ। ਜਿਹੜੇ ਧਾਰਮਿਕ ਗ੍ਰੰਥ ਨੇ ਨਾ ਅੰਨ ਮਤਾਂ ਦੇ, ਦੂਸਰੇ ਧਰਮਾਂ ਦੇ, ਉਹਦੇ ਵਿੱਚ ਲਿਖਿਆ ਵੀ ਇਸਤਰੀ ਜਿਹੜੀ ਹੈ ਉਹ ਜੁੱਤੀ ਦੀ ਨਿਆਈ ਹੈ, ਨੀਵੀਂ ਹੈ। ਇੱਥੇ ਹੀ ਬਸ ਨਹੀਂ, ਉਹਦੇ ਵਿੱਚ ਇਹ ਲਿਖਿਆ ਹੈ ਕਿ ਇਸਤਰੀ ਸਦਾ ਮੂਰਖ ਹੈ, ਇਹਨੂੰ ਅਕਲ ਹੀ ਕੋਈ ਨਹੀਂ ਹੈ। ਇਹ ਵੀ ਬਚਨ ਲਿਖੇ ਨੇ ਵੀ ਜਨਾਨੀ ਦੇ ਔਰਤ ਦੇ ਕਦੇ ਆਖੇ ਨਹੀਂ ਲੱਗਣਾ ਹੈ। ਇਹ ਵੀ ਬਚਨ ਲਿਖਿਆ ਹੈ ਕਿ ਇਸਤਰੀ ਧਰਮ ਤੋਂ ਵਾਂਝੀ ਹੈ, ਧਰਮ ਦਾ ਕੰਮ ਕੋਈ ਨਹੀਂ ਕਰ ਸਕਦੀ ਹੈ। ਗੁਰਮੁਖੋ, ਕੱਲਾ ਲਿਖਿਆ ਨਹੀਂ, ਹੋਇਆ ਵੀ ਹੈ। ਮੁਸਲਮਾਨ ਔਰਤ ਮਸੀਤ ਨਹੀਂ ਜਾ ਸਕਦੀ ਹੈ। ਮੁਸਲਮਾਨ ਧਰਮ ਇਹ ਗੱਲ ਕਹਿੰਦਾ ਹੈ ਕਿ ਔਰਤ ਮਲੀਨ ਹੈ, ਨੀਵੀਂ ਹੈ, ਇਹ ਮਸੀਤ ਵਿੱਚ ਜਾ ਕੇ ਨਮਾਜ਼ ਨਹੀਂ ਪੜ੍ਹ ਪਾਏਗੀ। ਅੱਜ ਤੱਕ ਹੁਣ ਵੀ ਮੁਸਲਮਾਨ ਔਰਤ ਮਸੀਤ ਨਹੀਂ ਜਾਂਦੀ ਹੈ, ਨੀਵਾਂ ਸਮਝਿਆ ਜਾਂਦਾ। ਇਹ ਮੁਕਤ ਹੋਣ ਵਾਸਤੇ ਨਹੀਂ ਹੈ। ਇਕੱਲਾ ਮੁਸਲਮਾਨ ਧਰਮ ਦੇ ਵਿੱਚ ਨਹੀਂ, ਹਿੰਦੂ ਧਰਮ ਦੇ ਵਿੱਚ ਵੀ ਹੈ।
ਹਿੰਦੂ ਧਰਮ ਦੇ ਵਿੱਚ ਜਨੇਊ ਬੰਦਾ ਪਾ ਸਕਦਾ ਹੈ, ਪਰ ਜਨੇਊ ਔਰਤ ਨਹੀਂ ਪਾ ਸਕਦੀ ਹੈ। ਨਹੀਂ, ਧਾਰਮਿਕ ਨਿਸ਼ਾਨੀ ਔਰਤ ਨਹੀਂ ਪਾਏਗੀ, ਕਿਉਂਕਿ ਔਰਤ ਨੀਵੀਂ ਹੈ, ਸ਼ੂਦਰ ਹੈ, ਮੈਲੀ ਹੈ, ਪੈਰ ਦੀ ਜੁੱਤੀ ਹੈ। ਇੱਥੇ ਹੀ ਬਸ ਨਹੀਂ, ਜਿਹੜੇ 4 ਵੇਦ ਨੇ ਉਹ ਵੀ ਔਰਤ ਨਹੀਂ ਪੜ੍ਹ ਸਕਦੀ ਹੈ, ਕੇਵਲ ਮਰਦ ਹੀ ਪੜ੍ਹ ਸਕਦਾ ਹੈ। ਇਹਦੇ ਨਾਲ ਨਾਲ ਬ੍ਰਾਹਮਣ 12 ਤਿਲਕ ਲਾਉਂਦਾ ਆਪਣੇ ਸਰੀਰ ਦੇ ਉੱਪਰ। 12 ਤਿਲਕ ਬ੍ਰਾਹਮਣ ਦੇ ਹੁੰਦੇ, ਪਰ ਉਹ 12 ਤਿਲਕ ਕੇਵਲ ਬ੍ਰਾਹਮਣ ਲਾ ਸਕਦਾ, ਬ੍ਰਾਹਮਣੀ ਨਹੀਂ ਲਾ ਸਕਦੀ, ਉਹਦੀ ਘਰਵਾਲੀ ਨਹੀਂ ਲਾ ਸਕਦੀ ਹੈ। ਇਹ ਦੂਸਰੇ ਧਰਮਾਂ ਦੀ ਵਿਚਾਰ ਹੈ, ਦੂਸਰੇ ਲੋਕਾਂ ਦੀ। ਇਹ ਵੀ ਇੱਕ ਸੰਸਾਰ ਦਾ ਪੱਖ ਹੈ ਕਿ ਔਰਤ ਲੈ ਤੇ ਆਂਦੀ ਹੈ ਵਿਆਹ ਕੇ ਘਰ ਦੇ ਵਿੱਚ, ਪਰ ਹੈ ਉਹ ਪੈਰ ਦੀ ਜੁੱਤੀ, ਹੈ ਉਹ ਨੀਵੀਂ, ਹੈ ਉਹ ਮਲੀਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਨਹੀਂ, ਸੋ ਕਿਉ ਬੰਦਾ ਆਖੀਐ ਜਿਤ ਜੰਮੈ ਰਾਜਾਨ। ਤੁਸੀਂ ਉਹਨੂੰ ਮਾੜਾ ਕਿਉਂ ਆਖਿਆ ਜਿਹਨੇ ਰਾਜੇ ਪੈਦਾ ਕਰ ਦਿੱਤੇ, ਜਿਹਨੇ ਵੱਡੇ ਵੱਡੇ ਰਿਸ਼ੀ ਪੈਦਾ ਕੀਤੇ, ਜਿਹਨੇ ਸਾਧੂ ਤੇ ਸੰਤ ਪੈਦਾ ਕੀਤੇ, ਉਹਨੂੰ ਮਾੜਾ ਕਿਉਂ ਕਹਿਣਾ ਹੈ? ਇਹ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ ਬਚਨ ਹੈ। ਅਸੀਂ ਸ਼ਾਸਤਰਾਂ ਦੇ ਵਿੱਚ ਇਹ ਬਚਨ ਪੜ੍ਹਦੇ ਹਾਂ, ਜਦੋਂ ਰਾਮ ਜੀ ਦੀ ਘਰਵਾਲੀ ਨੂੰ ਰਾਵਣ ਚੁੱਕ ਕੇ ਲੈ ਗਿਆ ਨਾ, ਆਪਣੇ ਬਾਗ ਦੇ ਵਿੱਚ ਜਾ ਕੇ ਰੱਖ ਦਿੱਤਾ, ਤੇ ਰਾਮ ਜੀਆਂ ਨੇ ਇੱਕ ਸ਼ਾਂਤੀ ਦੂਤ ਭੇਜਿਆ। ਸ਼ਾਂਤੀ ਦੂਤ ਇਹ ਸੁਨੇਹਾ ਲੈ ਕੇ ਆਇਆ ਕਿ ਰਾਵਣ ਸਾਡੀ ਘਰਵਾਲੀ ਵਾਪਸ ਕਰ ਦੇ। ਰਾਮ ਜੀ ਨੇ ਭੇਜਿਆ, ਔਰ ਸਾਡੇ ਕੋਲੋਂ ਮਾਫੀ ਮੰਗ ਲਾ ਆਪਣੇ ਗੁਨਾਹ ਦੀ, ਅਸੀਂ ਫੌਜ ਲੈ ਕੇ ਪਿੱਛੇ ਮੁੜ ਜਾਂਦੇ ਹਾਂ, ਜੰਗ ਨਹੀਂ ਕਰਾਂਗੇ। ਜਦੋਂ ਉਹ ਸ਼ਾਂਤੀ ਦੂਤ ਪਹੁੰਚਾ ਨਾ ਲੰਕਾ ਦੇ ਵਿੱਚ, ਉਹਨੇ ਜਾ ਕੇ ਰਾਮ ਜੀ ਦੇ ਵੱਲੋਂ ਚਿੱਠੀ ਪੜ੍ਹ ਕੇ ਸਾਰੀ ਸਭਾ ਨੂੰ ਸੁਣਾਈ। ਉੱਥੇ ਰਾਵਣ ਦੀ ਘਰਵਾਲੀ ਬੈਠੀ ਹੈ, ਨਾਮ ਹੈ ਮਦੋਦਰੀ, ਰਾਵਣ ਦੀ ਘਰਵਾਲੀ ਦਾ, ਰਾਣੀ ਦਾ, ਮਹਾਰਾਣੀ ਦਾ। ਚਿੱਠੀ ਉਹਨੇ ਵੀ ਸੁਣੀ ਹੈ। ਉਹਨੇ ਚਿੱਠੀ ਸੁਣ ਕੇ ਰਾਵਣ ਨੂੰ ਸਲਾਹ ਦਿੱਤੀ, ਕਹਿਣ ਲੱਗੇ, ਰਾਵਣ ਬੜੀ ਚੰਗੀ ਗੱਲ ਹੈ, ਬੜਾ ਚੰਗਾ ਬੰਦਾ, ਤੂੰ ਉਹਦੀ ਇਸਤਰੀ ਚੁੱਕ ਕੇ ਲੈ ਆਇਆ, ਅਪਹਰਨ ਕੀਤਾ ਹੈ, ਫਿਰ ਵੀ ਉਹ ਕਹਿੰਦਾ ਵੀ ਮੇਰੇ ਕੋਲੋਂ ਮਾਫੀ ਮੰਗ ਲਾ, ਮੈਂ ਤੈਨੂੰ ਕੁਝ ਨਹੀਂ ਕਹਿੰਦਾ, ਤੇ ਨਾਲੇ ਮੇਰੀ ਇਸਤਰੀ ਮੈਨੂੰ ਵਾਪਸ ਕਰ ਦੇ। ਇਹ ਤੇ ਚੰਗੇ ਬੰਦੇ ਦੀ ਨਿਸ਼ਾਨੀ ਹੈ ਨਾ। ਮਾੜਾ ਹੁੰਦਾ ਤੇ ਉਹ ਆਖਦਾ ਵੀ ਪਹਿਲਾਂ ਮੈਂ ਤੈਨੂੰ ਮਾਰਾਂਗਾ ਫਿਰ ਦੂਜੀ ਗੱਲ ਕਰਾਂਗਾ। ਜੇ ਉਹ ਇਹ ਗੱਲ ਕਹਿੰਦਾ ਪਿਆ ਵੀ ਉਹਦੀ ਸੀਤਾ ਨੂੰ ਆਪਾਂ ਵਾਪਸ ਕਰ ਦਈਏ, ਰਾਮ ਜੀ ਦੀ ਨੂੰ, ਨਾਲੇ ਮਾਫੀ ਮੰਗ ਲਈਏ, ਆਪਾਂ ਗਲਤੀ ਕੀਤੀ ਹੈ, ਇਹਦੇ ਵਿੱਚ ਮਾੜੀ ਗੱਲ ਕੋਈ ਨਹੀਂ ਹੈ। ਜਦੋਂ ਮਦੋਦਰੀ ਨੇ ਸਲਾਹ ਦਿੱਤੀ ਨਾ, ਤੇ ਰਾਵਣ ਕਹਿਣ ਲੱਗਾ ਵੀ ਹਾਂ, ਤੂੰ ਤੇ ਨੀਵੀਂ ਹੈ, ਤੂੰ ਤੇ ਪੈਰ ਦੀ ਜੁੱਤੀ ਹੈ, ਤੂੰ ਤੇ ਮੂਰਖ ਹੈ। ਮੈਂ ਰਾਵਣ ਲੰਕਾਪਤੀ, ਲੋਕ ਮੇਰਾ ਨਾਮ ਜਪਦੇ, ਮੈਂ ਜਾ ਕੇ ਇੱਕ ਰਾਮ ਵਰਗੇ ਨਿੱਕੇ ਜਿਹੇ ਬੰਦੇ ਤੋਂ ਮਾਫੀ ਮੰਗਾਂਗਾ, ਮੇਰੀ ਦੁਨੀਆ ਵਿੱਚ ਕੀ ਇੱਜ਼ਤ ਰਹਿ ਗਈ? ਲੋਕ ਕੀ ਕਹਿਣਗੇ ਵੀ ਐਡਾ ਵੱਡਾ ਰਾਵਣ ਇੱਕ ਰਾਮ ਤੋਂ ਮਾਫੀ ਮੰਗਿਆ। ਮੈਂ ਨਹੀਂ ਮਾਫੀ ਮੰਗਾਂਗਾ, ਔਰ ਨਾ ਹੀ ਮੈਂ ਉਹਦੀ ਘਰਵਾਲੀ ਵਾਪਸ ਕਰਾਂਗਾ। ਹੁਣ ਗੁਰਮੁਖੋ, ਮਦੋਦਰੀ ਨੇ ਸਲਾਹ ਮਾੜੀ ਨਹੀਂ ਦਿੱਤੀ ਹੈ, ਸਲਾਹ ਦਿੱਤੀ ਹੈ ਚੰਗੀ, ਉਹਦੇ ਭਲੇ ਦੀ। ਪਰ ਰਾਵਣ 4 ਵੇਦ ਪੜ੍ਹਿਆ ਹੋਇਆ, ਧਾਰਮਿਕ ਗ੍ਰੰਥ ਪੜ੍ਹਿਆ ਹੋਇਆ, ਉਹਨੇ ਕੇਵਲ ਇਸਤਰੀ ਦੀ ਗੱਲ ਇਸ ਕਰਕੇ ਨਹੀਂ ਮੰਨੀ ਹੈ ਵੀ ਇਹ ਨੀਵੀਂ ਹੈ, ਇਸਤਰੀ ਮੂਰਖ ਹੈ, ਇਹਦੇ ਆਖੇ ਨਹੀਂ ਲੱਗਣਾ ਹੈ। ਨਹੀਂ ਆਖੇ ਲੱਗਿਆ ਰਾਵਣ, ਤੇ ਫਿਰ ਕੀ ਹੋਇਆ? ਫਿਰ ਜੰਗ ਹੋਇਆ। ਜੰਗ ਦੇ ਵਿੱਚ ਰਾਵਣ ਦੇ ਪੁੱਤਰ ਮਾਰੇ ਗਏ, ਰਾਵਣ ਦੇ ਪੋਤਰੇ ਵੀ ਮਾਰੇ ਗਏ। ਰਾਵਣ ਦਾ ਘਰ, ਕਿਲਾ ਜਿਹੜਾ ਸੀ, ਮਹਿਲ, ਉਹ ਵੀ ਸਾੜਿਆ ਗਿਆ। ਹੁਣ ਗੁਰਮੁਖੋ, ਕੱਲਾ ਰਾਵਣ ਦਾ ਤੇ ਨਹੀਂ ਨਾ ਸਾੜਿਆ ਗਿਆ, ਉਹਦੇ ਵਿੱਚ ਹਿੱਸਾ ਤੇ ਰਾਣੀ ਦਾ ਵੀ ਹੈ ਨਾ, ਮਦੋਦਰੀ ਦਾ ਵੀ ਹੈ ਨਾ। ਪੁੱਤਰ ਕੱਲੇ ਰਾਵਣ ਦੇ ਥੋੜ੍ਹੀ ਨੇ, ਪੁੱਤਰ ਤੇ ਮਦੋਦਰੀ ਦੇ ਵੀ ਨੇ। ਉਹ ਮਹਿਲ, ਉਹ ਘਰ ਕੱਲਾ ਰਾਵਣ ਦਾ ਨਹੀਂ ਹੈ, ਤੇ ਰਾਣੀ ਦਾ ਵੀ ਨਾਲ ਹੀ ਹੈ। ਪਰ ਉਹਨੇ ਆਪਣੀ ਰਾਣੀ ਦੀ ਗੱਲ ਮੰਨੀ ਨਹੀਂ ਹੈ। ਆਪਣੇ ਪੁੱਤਰ ਤੇ ਮਰਵਾਏ, ਆਪਣੀ ਘਰਵਾਲੀ ਦੇ ਪੁੱਤਰ ਮਰਵਾ ਲਏ। ਆਪਣਾ ਮਹਿਲ ਤੇ ਸਾੜ ਲਿਆ, ਆਪਣੀ ਘਰਵਾਲੀ ਦਾ ਮਹਿਲ ਵੀ ਸਾੜਿਆ। ਆਪਣਾ ਰਾਜ ਤੇ ਜਾਂਦਾ ਲੱਗਿਆ, ਆਪਣੀ ਘਰਵਾਲੀ ਦਾ ਰਾਜ ਵੀ ਜਾਂਦਾ ਰਿਹਾ। ਇਹ ਤਾਂ ਉਹਨੇ ਗਲਤੀ ਕੀਤੀ ਹੈ ਕਿਉਂਕਿ ਸ਼ਾਸਤਰਾਂ ਵਿੱਚ ਇਹ ਬਚਨ ਲਿਖਿਆ ਸੀ ਕਿ ਇਸਤਰੀ ਜਿਹੜੀ ਹੈ ਇਸ ਨੂੰ ਸਮਝ ਨਹੀਂ ਹੈ, ਇਹਦੇ ਆਖੇ ਨਹੀਂ ਲੱਗਣਾ ਚਾਹੀਦਾ, ਇਹ ਨੀਵੀਂ ਹੈ।
ਤੇ ਮਹਾਰਾਜ ਨੇ ਆਖਿਆ ਨਹੀਂ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਰਾਵਣ ਨੂੰ ਵੀ ਤੇ ਇੱਕ ਮਾਂ ਨੇ ਜਨਮ ਦਿੱਤਾ ਹੈ ਨਾ, ਤੇ ਰਾਮ ਨੂੰ ਵੀ ਇੱਕ ਮਾਂ ਨੇ ਜਨਮ ਦਿੱਤਾ। ਜਨਮ ਤੇ ਸਾਰਿਆਂ ਦਾ ਮਾਂ ਦੀ ਕੁੱਖ ਤੋਂ ਹੀ ਹੋਇਆ ਹੈ, ਪਰ ਜਨਮ ਲੈਣ ਤੋਂ ਮਗਰੋਂ ਅਹਿਸਾਨ ਫਰਾਮੋਸ਼ ਹੋ ਗਿਆ। ਤੂੰ ਮਸੀਤ ਨਹੀਂ ਜਾ ਸਕਦੀ ਹੈ, ਤੂੰ ਨਮਾਜ਼ ਨਹੀਂ ਪੜ੍ਹ ਸਕਦੀ ਹੈ, ਤੂੰ ਹੱਜ ਨਹੀਂ ਕਰ ਸਕਦੀ ਹੈ, ਤੂੰ ਵੇਦ ਨਹੀਂ ਪੜ੍ਹ ਸਕਦੀ ਹੈ, ਤੂੰ ਜਨੇਊ ਨਹੀਂ ਪਾ ਸਕਦੀ ਹੈ, ਤੂੰ ਤਿਲਕ ਨਹੀਂ ਲਾ ਸਕਦੀ ਹੈ। ਜਿਹਦੇ ਤੋਂ ਜਨਮ ਮਿਲਿਆ ਉਹਦੇ ਉੱਪਰ ਹੀ ਪਾਬੰਦੀਆਂ ਲਾ ਦਿੱਤੀਆਂ ਵੀ ਤੂੰ ਨਹੀਂ ਇਹ ਕਰ ਸਕਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਨਹੀਂ, ਉਹ ਬਾਣੀ ਵੀ ਪੜ੍ਹ ਸਕਦੀ ਹੈ, ਉਹ ਨਾਮ ਵੀ ਜਪ ਸਕਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਉਹ ਅੰਮ੍ਰਿਤ ਵੀ ਛਕ ਸਕਦੀ ਹੈ, ਆਪਣੇ ਗਾਤਰੇ ਸ੍ਰੀ ਸਾਹਿਬ ਵੀ ਪਾ ਸਕਦੀ ਹੈ, ਮਾਈ ਭਾਗੋ ਬਣ ਕੇ ਜੰਗ ਦੇ ਵਿੱਚ ਲੜ ਵੀ ਸਕਦੀ ਹੈ, ਸਮਾਂ ਪੈਣ ਤੇ ਆਪਣੀ ਰੱਖਿਆ ਖੁਦ ਕਰ ਸਕਦੀ ਹੈ, ਕਿਸੇ ਤੇ ਨਿਰਭਰ ਨਹੀਂ ਹੈ। ਦੂਸਰੇ ਧਰਮਾਂ ਦੇ ਲੋਕਾਂ ਨੇ ਨਿਰਭਰ ਬਣਾ ਦਿੱਤਾ। ਇੱਕ ਭੈਣ ਇੱਕ ਭਰਾ ਨੂੰ ਰੱਖੜੀ ਬੰਨ੍ਹਦੀ ਹੈ, ਧਾਗਾ ਬੰਨ੍ਹਦੀ ਹੈ, ਇਸ ਵਾਸਤੇ ਤੂੰ ਮੇਰੀ ਰੱਖਿਆ ਕਰੀ। ਇੱਕ ਔਰਤ ਨੂੰ ਮਰਦ ਦੇ ਅਧੀਨ ਕਰ ਦਿੱਤਾ ਵੀ ਇਹੋ ਹੀ ਰਾਖੀ ਕਰ ਸਕਦਾ। ਮਹਾਰਾਜ ਨੇ ਉਹ ਬੰਧਨ ਤੋੜਿਆ, ਕਹਿਣ ਲੱਗੇ ਨਹੀਂ, ਰੱਖੜੀ ਦੀ ਲੋੜ ਨਹੀਂ ਹੈ, ਅਸੀਂ ਤੈਨੂੰ ਹੀ ਸ਼ਸਤਰ ਪਵਾ ਦੇਵਾਂਗੇ, ਤੂੰ ਆਪਣੀ ਰਾਖੀ ਤੇ ਆਪ ਕਰੇਂਗੀ, ਸਗੋਂ ਤੇਰੇ ਕਰਕੇ ਕਈਆਂ ਦੀ ਰਾਖੀ ਹੋਵੇਗੀ, ਕਈਆਂ ਦੀ ਰਾਖੀ ਤੂੰ ਕਰਿਆ ਕਰੇਂਗੀ। ਇਸ ਜੰਜਾਲ ਵਿੱਚੋਂ ਮਹਾਰਾਜ ਨੇ ਕੱਢਿਆ ਹੈ। ਅੱਜ ਮੰਨ ਲਓ ਬੇਟੀਆਂ ਪੜ੍ਹ ਕੇ, ਧੀਆਂ ਪੜ੍ਹ ਕੇ ਵੱਡੀਆਂ ਵੱਡੀਆਂ ਅਫਸਰ ਲੱਗ ਗਈਆਂ, ਉਹ ਇਲਾਕੇ ਨੂੰ ਸੰਭਾਲਦੀਆਂ ਨੇ, ਕਾਨੂੰਨ ਅਵਸਥਾ ਬਣਾ ਕੇ ਰੱਖਦੀਆਂ। ਤੇ ਪਰ ਇਹ ਸਾਰਾ ਕੁਝ ਤਾਂ ਹੀ ਹੋਇਆ ਨਾ ਜੇ ਆਜ਼ਾਦੀ ਦਿੱਤੀ ਹੈ ਮਹਾਰਾਜ ਨੇ। ਕੋਈ ਐਸਪੀ ਬਣ ਗਈ ਹੈ, ਕੋਈ ਫੌਜ ਦੇ ਵਿੱਚ ਭਰਤੀ ਹੋ ਗਈ ਹੈ, ਕੋਈ ਡਾਕਟਰ ਬਣ ਗਈ ਹੈ, ਕੋਈ ਵਕੀਲ ਬਣ ਗਈ ਹੈ, ਬੇਟੀਆਂ ਬਣੀਆਂ ਨਾ ਤੇ ਕਰਦੀਆਂ ਪਈਆਂ ਨਾ ਭਲੇ ਦਾ ਕੰਮ, ਸੰਸਾਰ ਨੂੰ ਸੁਧਾਰਨ ਦਾ ਕੰਮ ਕਰਦੀਆਂ ਪਈਆਂ ਨਾ ਨਾਲ ਨਾਲ। ਪਰ ਤਾਂ ਹੀ ਹੁੰਦਾ ਪਿਆ ਨਾ ਜੇ ਮੌਕਾ ਮਿਲਿਆ, ਜੇ ਮੌਕਾ ਹੀ ਨਾ ਦਈਏ ਤੇ ਕਿਵੇਂ ਹੋਵੇ। ਇੱਕ ਨੀਵਾਂ ਪੁਣਾ ਹੈ ਵੀ ਤੂੰ ਰੱਖੜੀ ਬੰਨੇਗੀ, ਤੇਰੀ ਰੱਖਿਆ ਤਾਂ ਹੋਣੀ ਹੈ। ਪਰ ਜੇ ਉਹ ਪੜ੍ਹ ਲਿਖ ਕੇ ਅਫਸਰ ਬਣ ਗਈ ਹੈ, ਉਹ ਤੇ ਪੂਰੇ ਇਲਾਕੇ ਦੀ ਰੱਖਿਆ ਕਰਦੀ ਪਈ ਹੈ, ਨਿਗਰਾਨੀ ਕਰਦੀ ਪਈ ਹੈ, ਉਹਨੂੰ ਕਿਸੇ ਦੀ ਰਾਖੀ ਦੀ ਕੀ ਲੋੜ ਹੈ। ਪਰ ਇਹ ਸਿਧਾਂਤ ਕੇਵਲ ਗੁਰੂ ਦਾ ਹੈ, ਗੁਰੂ ਨੇ ਆਜ਼ਾਦੀ ਬਖਸ਼ੀ ਹੈ। ਨਹੀਂ ਤੇ ਦੁਨੀਆ ਦੇ ਲੋਕ ਆਖਦੇ ਸਨ ਜੇ ਬੰਦਾ ਮਰ ਗਿਆ ਹੈ ਇਹਦੀ ਜਨਾਨੀ ਵੀ ਨਾਲ ਜਿਉਂਦੀ ਸਾੜ ਦਿਓ, ਉਸੇ ਚਿਖਾ ਦੇ ਉੱਪਰ ਰੱਖ ਕੇ। ਇੱਕ ਮੋਢੇ ਦੇ ਉੱਪਰ ਅਰਥੀ ਚੋਕੇ ਤੁਰੇ ਜਾਂਦੇ ਤੇ ਉਹਦੇ ਪਿਛਲੇ ਬੰਨੇ ਦੂਜੇ ਮੰਜੇ ਤੇ ਉਹਦੀ ਜਨਾਨੀ ਨੂੰ ਬਿਠਾ ਕੇ ਉਹਨੂੰ ਵੀ ਮੋਢਿਆਂ ਤੇ ਚੁੱਕੀ ਜਾਂਦੇ, ਜੈ ਮਾਤਾ ਕਰਦੇ ਵੀ ਇਹ ਵੀ ਨਾਲ ਸੜੇਗੀ। ਕਿਸੇ ਨੇ ਪੁੱਛਿਆ ਕਿਉਂ? ਕਹਿਣ ਲੱਗੇ ਬੰਦਾ ਮਰ ਗਿਆ, ਕੱਲ੍ਹ ਨੂੰ ਇਹ ਵਿਕਾਰੀ ਹੋ ਸਕਦੀ ਹੈ, ਇਹਦਾ ਚਾਲ ਚੱਲਣ ਗਲਤ ਹੋ ਸਕਦਾ, ਇਹਦਾ ਚਾਲ ਚੱਲਣ ਗਲਤ ਹੋਵੇ ਇਹਨੂੰ ਵੀ ਨਾਲ ਹੀ ਸੜ ਜਾਣਾ ਚਾਹੀਦਾ। ਤੇ ਫਿਰ ਮਹਾਰਾਜ ਨੇ ਆਖਿਆ ਜਿਸ ਬੰਦੇ ਦੇ ਮਰਨ ਕਰਕੇ ਜੇ ਇਸਤਰੀ ਦਾ ਚਾਲ ਚੱਲਣ ਖਰਾਬ ਹੁੰਦਾ ਤੇ ਉਸ ਨੂੰ ਸਾੜਨ ਵਾਸਤੇ ਕਹਿੰਦੇ ਹੋ ਵੀ ਸਾੜ ਦਿਓ। ਤੇ ਜਿਸ ਬੰਦੇ ਦੀ ਮੰਨ ਲਓ ਜਨਾਨੀ ਮਰ ਜਾਵੇ ਤੇ ਫਿਰ ਉਹ ਬੰਦੇ ਦਾ ਚਾਲ ਚੱਲਣ ਖਰਾਬ ਨਹੀਂ ਹੋਵੇਗਾ, ਫਿਰ ਤੇ ਬੰਦੇ ਨੂੰ ਵੀ ਮਰਨਾ ਚਾਹੀਦਾ ਨਾ ਨਾਲ, ਵੀ ਜਨਾਨੀ ਜਦ ਸਤੀ ਹੋਣ ਲੱਗੀ ਹੈ ਇਹਦਾ ਬੰਦਾ ਵੀ ਨਾਲ ਸਤੀ ਹੋਵੇਗਾ। ਜਨਾਨੀ ਔਰਤ ਮਰ ਜਾਵੇ ਤੇ ਬੰਦਾ ਸਤੀ ਨਹੀਂ ਹੁੰਦਾ ਹੈ, ਪਰ ਜੇ ਬੰਦਾ ਮਰ ਜਾਵੇ ਫਿਰ ਜਨਾਨੀ ਨੂੰ ਸਤੀ ਹੋਣਾ ਪੈਂਦਾ। ਕਾਨੂੰਨ ਹੈ ਇਸ ਦੇਸ਼ ਦਾ। ਮਹਾਰਾਜ ਨੇ ਉਹ ਸਤੀ ਪ੍ਰਥਾ ਨੂੰ ਬੰਦ ਕੀਤਾ, ਕਹਿਣ ਲੱਗੇ ਨਹੀਂ ਇਹ ਪਾਪ ਹੈ, ਜਿਉਂਦਿਆਂ ਨਹੀਂ ਕਿਸੇ ਨੂੰ ਸਾੜਿਆ ਜਾਵੇਗਾ। ਬਾਦਸ਼ਾਹ ਅਕਬਰ ਹੋਇਆ ਨਾ, ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ ਆਇਆ, ਮਹਾਰਾਜ ਸੇਵਾ ਦੱਸੋ। ਮਹਾਰਾਜ ਨੇ ਆਖਿਆ ਇਹ ਪ੍ਰਥਾ ਬੰਦ ਕਰਵਾ, ਤੂੰ ਰਾਜਾ ਹੈ ਹਿੰਦੁਸਤਾਨ ਦਾ, ਇਹ ਐਲਾਨ ਕਰ ਵੀ ਇਹ ਸਤੀ ਪ੍ਰਥਾ ਨਹੀਂ ਰਹੇਗੀ ਤੇ ਕਿਸੇ ਦੇ ਕੋਲੋਂ ਧਾਰਮਿਕ ਸਥਾਨ ਦਾ ਟੈਕਸ ਨਹੀਂ ਲਿਆ ਜਾਏਗਾ। ਜੇ ਕੋਈ ਬੰਦਾ ਦਰਸ਼ਨ ਕਰਨੇ ਚਾਹਵੇ, ਮੁਸਲਮਾਨਾਂ ਦੇ ਰਾਜ ਵਿੱਚ ਜੇ ਹਿੰਦੂ ਦਰਸ਼ਨ ਕਰਨ ਮੰਦਰਾਂ ਦੇ ਜਾਂਦੇ ਤੇ ਟੈਕਸ ਦੇਣਾ ਪੈਂਦਾ। ਮਹਾਰਾਜ ਨੇ ਆਖਿਆ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਦੀ ਹਰੇਕ ਨੂੰ ਆਜ਼ਾਦੀ ਹੋਵੇ, ਉਹ 'ਤੇ ਉਹ ਕਰ ਨਾ ਲਿਆ ਜਾਵੇ ਤੇ ਸਤੀ ਪ੍ਰਥਾ ਬੰਦ ਕਰਵਾਈ ਜਾਵੇ। ਇਹ ਸੇਵਾ ਮਹਾਰਾਜ ਨੇ ਅਕਬਰ ਨੂੰ ਆਖਿਆ ਕਰੋ। ਸੇਵਾ ਕੀਤੀ ਮਹਾਰਾਜ ਦਾ ਬਚਨ ਮੰਨ ਕੇ। ਇਹ ਧਾਰਮਿਕ ਸਥਾਨਾਂ ਤੋਂ ਕਰ ਜਿਹੜਾ ਖਤਮ ਕੀਤਾ, ਟੈਕਸ ਅਕਬਰ ਨੇ ਕੀਤਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਤਾਂ ਹੀ ਪੜ੍ਹਦੇ ਹਨ, ਭੱਲੇ ਅਮਰਦਾਸ ਗੁਣ ਤੇਰੇ
ਤੇਰੀ ਉਪਮਾ। ਏਡੇ ਏਡੇ ਭਲੇ ਦੇ ਕੰਮ ਗੁਰੂ ਸਾਹਿਬਾਨ ਨੇ ਕੀਤੇ ਨੇ। ਇਹ ਵੱਖਰੀ ਗੱਲ ਹੈ ਕਿ ਸਿੱਖ ਕੌਮ ਕੇਵਲ ਆਪਸ ਵਿੱਚ ਹੀ ਲੜਦੀ ਪਈ ਹੈ ਇੱਕ ਦੂਜੇ ਦੇ ਨਾਲ। ਅਸੀਂ ਆਪਣੇ ਗੁਰੂ ਦਾ ਸਿਧਾਂਤ ਦੁਨੀਆ ਨੂੰ ਦੱਸ ਹੀ ਨਹੀਂ ਸਕੇ ਕਿ ਗੁਰੂ ਦਾ ਕੀ ਸਿਧਾਂਤ ਹੈ ਔਰ ਕੀ ਪਰਉਪਕਾਰ ਨੇ ਸੰਸਾਰ ਦੇ ਉੱਪਰ ਗੁਰੂ ਦੇ। ਸੋ ਗੁਰਮੁਖੋ ਬਚਨ ਆਪਾਂ ਇਹ ਸਰਵਣ ਕਰਦੇ ਸੀ ਵੀ ਤਰ੍ਹਾਂ ਤਰ੍ਹਾਂ ਦੀ ਦੁਨੀਆ ਹੈ। ਦੁਨੀਆ ਵਿੱਚ ਇੱਕ ਉਹ ਕਿਸਮ ਦੇ ਲੋਕ ਨੇ ਜਿਹੜੇ ਕਹਿੰਦੇ ਵੀ ਔਰਤ ਨੂੰ ਕੇਵਲ ਵਕਾਰ ਭੋਗਣ ਵਾਸਤੇ ਬਣਾਇਆ ਹੈ, ਅਸੀਂ ਵਿਆਹ ਕਰਾ ਲਈਏ ਤੇ ਬਸ ਵਕਾਰ ਭੋਗਦੇ ਰਹੀਏ। ਇੱਕ ਉਹ ਨੇ। ਦੂਜੇ ਕਿਸਮ ਦੇ ਲੋਕ ਉਹ ਨੇ ਜਿਹੜੇ ਕਹਿੰਦੇ ਜਤੀ ਰਹਿਣਾ ਹੈ, ਵਿਆਹ ਕਰਵਾਉਣਾ ਹੀ ਨਹੀਂ, ਘਰ-ਬਾਰ ਛੱਡ ਕੇ ਜੰਗਲ ਚਲੇ ਜਾਣਾ ਹੈ, ਜਨਾਨੀ ਦੇ ਮੱਥੇ ਵੀ ਨਹੀਂ ਲੱਗਣਾ ਹੈ, ਮੱਥੇ ਲੱਗਣਾ ਪਾਪ ਹੈ। ਦੂਸਰੇ ਕਿਸਮ ਦੇ ਲੋਕ ਉਹ ਨੇ। ਮਹਾਰਾਜ ਨੇ ਦੋਨਾਂ ਨੂੰ ਹੀ ਵਰਜਿਆ। ਕਹਿਣ ਲੱਗੇ ਨਹੀਂ, ਬਹੁਤੇ ਵਕਾਰ ਭੋਗਣੇ ਵੀ ਪਾਪ ਹੈ ਅਤੇ ਜਤੀ ਹੋ ਕੇ ਨਿਗਾਹ ਮਾੜੀ ਰੱਖਣੀ, ਵਿਚਾਰ ਮਾੜੇ ਰੱਖਣੇ। ਵਿਆਹ ਤੇ ਕਰਾਇਆ ਨਹੀਂ ਪਰ ਵੇਖਦਾ ਦੂਜਿਆਂ ਨੂੰ ਮਾੜੀ ਨਿਗਾਹ ਦੇ ਨਾਲ ਪਿਆ, ਇਹ ਵੀ ਮਾੜਾ ਹੈ, ਇਸ ਨੂੰ ਵੀ ਰੋਕਣਾ ਹੈ। ਤੀਜਾ ਬਚਨ ਇਹ ਸੀਗਾ ਮਹਾਰਾਜ ਸਾਹਿਬ ਜੀਆਂ ਦਾ ਕਿ ਔਰਤ ਦੇ ਪੇਟ ਤੋਂ ਜਨਮ ਲੈ ਕੇ ਉਹਨੂੰ ਮਾੜਾ ਕਹਿਣਾ, ਨੀਵਾਂ ਕਹਿਣਾ, ਸ਼ੂਦਰ ਕਹਿਣਾ, ਮੂਰਖ ਕਹਿਣਾ। ਸਤਿਗੁਰਾਂ ਨੇ ਉੱਥੋਂ ਵੀ ਰੋਕਿਆ। ਕਹਿਣ ਲੱਗੇ ਨਹੀਂ, ਸੋ ਕਿਉ ਮੰਦਾ ਆਖੀਐ, ਇਹ ਤੋਂ ਵੀ ਤੁਹਾਨੂੰ ਪਿੱਛੇ ਹਟਾਵਾਂਗੇ। ਤੇ ਚੌਥਾ ਬਚਨ ਮਹਾਰਾਜ ਸਾਹਿਬ ਜੀਆਂ ਨੇ ਜਿਹੜਾ ਸਾਨੂੰ ਸਮਝਾਇਆ ਹੈ, ਉਹ ਬਚਨ ਇਹ ਸਮਝਾਇਆ ਹੈ ਕਿ ਨਾਮ ਜਪਣਾ ਅੰਮ੍ਰਿਤ ਵੇਲੇ ਉੱਠ ਕੇ, ਭਾਵੇਂ ਪਤੀ ਹੈ, ਪਤਨੀ ਹੈ, ਬੇਟੀ ਹੈ, ਬੇਟਾ ਕੋਈ ਵੀ ਹੈ, ਨਾਮ ਜਪਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਨਾ। ਇਹ ਚੌਥਾ ਬਚਨ ਮਹਾਰਾਜ ਜੀਆਂ। ਗੁਰਮੁਖੋ ਅਸੀਂ ਸੰਸਾਰੀ ਲੋਕ ਹਾਂ। ਅਸੀਂ ਜੇ ਵਿਆਹ ਕਰਾ ਲਿਆ ਸਾਨੂੰ ਹੁੰਦਾ ਵੀ ਸਾਨੂੰ ਤੇ ਇੱਕ ਦੁਨੀਆ ਦੇ ਵੱਲੋਂ ਆਗਿਆ ਮਿਲ ਗਈ ਹੈ, ਇੱਕ ਸਰਟੀਫਿਕੇਟ ਮਿਲ ਗਿਆ ਹੈ, ਇੱਕ ਲਾਇਸੈਂਸ ਮਿਲ ਗਿਆ ਹੈ ਵੀ ਦਿਨੇ ਰਾਤ ਹੁਣ ਵਕਾਰ ਭੋਗੀ ਜਾਈਏ। ਨਹੀਂ, ਵਕਾਰ ਭੋਗਣ ਦਾ ਨਾਮ ਵਿਆਹ ਨਹੀਂ ਹੈ, ਲਾਵਾ ਨਹੀਂ ਹੈ। ਜਾਂ ਜਤੀ ਹੋ ਜਾਣਾ, ਛੱਡ ਬਹਿਣਾ ਘਰ-ਬਾਰ ਨੂੰ, ਇਹ ਵੀ ਸੰਸਾਰ ਦੀ ਮਰਿਆਦਾ ਨਹੀਂ, ਸੰਸਾਰ ਚੱਲੇਗਾ ਨਹੀਂ। ਤੇ ਜਾਂ ਮਾੜਾ ਕਹੀ ਜਾਣਾ ਜਨਮ ਲੈ ਕੇ, ਇਹ ਵੀ ਬਚਨ ਠੀਕ ਨਹੀਂ ਹੈ। ਇਹਨਾਂ ਸਾਰੇ ਬਚਨਾਂ ਤੋਂ ਮਹਾਰਾਜ ਨੇ ਸਾਨੂੰ ਬਚਾਇਆ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ। ਮੁੱਕਦੀ ਚੱਲੀ ਰਹਿਣ, ਸਭ ਮੁੱਕਦੀ ਚੱਲੀ ਰਹਿਣ। ਪ੍ਰਾਣੀ ਤੂੰ ਲਾਹਾ ਲੈਣ ਆਇਆ ਨਾਮ ਦਾ, ਪਰ ਨਾਮ ਨਹੀਂ ਜਪਿਆ। ਇਹ ਤੇਰੀ ਜਿਹੜੀ ਉਮਰਾਂ ਦੀ ਰਾਤ ਹੈ ਨਾ, ਬਤੀਤ ਹੁੰਦੀ ਜਾਂਦੀ ਹੈ। ਜਨ ਆਵਨ ਕਾ ਇਹ ਸਵਾਓ, ਜਨ ਕੈ ਸੰਗ ਚਿੱਤ ਆਵੈ ਨਾਓ। ਦੁਨੀਆ ਵਿੱਚ ਆਉਣ ਤੋਂ ਭਾਵ ਇਹ ਹੈ ਵੀ ਅਸੀਂ ਦੁਨੀਆ ਵਿੱਚ ਨਾਮ ਜਪਣ ਆਏ ਹਾਂ। ਦੁਨੀਆ ਵਿੱਚ ਆਉਣ ਦਾ ਇਹ ਮਤਲਬ ਹੈ। ਇਹਦੇ ਤੋਂ ਬਿਨਾਂ ਬਾਕੀ ਜਿੰਨੇ ਮਤਲਬ ਆਪਾਂ ਸਰਵਣ ਕੀਤੇ, ਇਹ ਮਤਲਬ ਨਹੀਂ ਦੁਨੀਆ ਵਿੱਚ ਆਉਣ ਦੇ। ਨਾ ਬਹੁਤੀ ਸੰਤਾਨ ਪੈਦਾ ਕਰਨਾ, ਇਹ ਵੀ ਸਾਡੇ ਮਨੁੱਖਾ ਜਨਮ ਦਾ ਪ੍ਰਯੋਜਨ ਨਹੀਂ ਹੈ। ਨਾ ਘਰ-ਬਾਰ ਛੱਡ ਕੇ ਜੰਗਲਾਂ ਨੂੰ ਜਾਣਾ, ਇਹ ਵੀ ਮਨੁੱਖਾ ਜਨਮ ਦਾ ਪ੍ਰਯੋਜਨ ਨਹੀਂ ਹੈ। ਨਾ ਕਿਸੇ ਨੂੰ ਨੀਚ ਔਰ ਮਾੜਾ ਕਹਿਣਾ, ਇਹ ਵੀ ਪ੍ਰਯੋਜਨ ਨਹੀਂ ਹੈ। ਔਰ ਨਾ ਕਿਸੇ ਦੇ ਉੱਪਰ ਜ਼ਬਰਦਸਤੀ ਕਰਕੇ ਉਹਨੂੰ ਕਹਿਣਾ ਵੀ ਇਹਨੂੰ ਅੱਗ ਵਿੱਚ ਸਾੜਿਆ ਜਾਵੇ, ਇਹ ਵੀ ਪ੍ਰਯੋਜਨ ਨਹੀਂ ਹੈ। ਇਹਨਾਂ ਪ੍ਰਯੋਜਨਾਂ ਤੋਂ ਪਰੇ ਕਰਕੇ ਮਹਾਰਾਜ ਨੇ ਆਖਿਆ ਤੇਰਾ ਇੱਕੋ ਹੀ ਪ੍ਰਯੋਜਨ ਹੈ ਕਿ ਜਿਹੜਾ ਨਾਮ ਜਪਣਾ ਹੈ। ਨਾਮ ਜਪਣਾ ਹੀ ਇਹ ਤੇਰਾ ਦੁਨੀਆ ਵਿੱਚ ਆਉਣਾ ਹੈ। ਮਹਾਰਾਜ ਕਹਿਣ ਲੱਗੇ ਥਾਲ ਵੇ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਜਿਸਕਾ ਸਬਸ ਆਧਾਰ। ਇਹ ਮਹਾਰਾਜ ਨੇ ਬਚਨ ਲਿਖੇ ਨੇ। ਕਿਹੜਾ ਬਚਨ ਹੈ? ਸਤਿਗੁਰੂ ਕਹਿਣ ਲੱਗੇ ਥਾਲ ਵਿੱਚ ਤਿੰਨ ਵਸਤੂ ਪਈਓ, ਇੱਕ ਹੈ ਸਤ ਸੰਤੋਖ, ਤੀਜਾ ਹੈ ਵਿਚਾਰੋ ਤੇ ਚੌਥਾ ਹੈ ਅੰਮ੍ਰਿਤ ਨਾਮ। ਇਹ ਚਾਰ ਗੁਣ ਤੇਰੇ ਕੋਲ ਹੋਣੇ ਚਾਹੀਦੇ, ਸਤ ਸੰਤੋਖ ਵਿਚਾਰ ਤੇ ਨਾਮ ਜਪਣਾ। ਜੇ ਤੇਰੇ ਕੋਲ ਇਹ ਚਾਰ ਚੀਜ਼ਾਂ ਨੇ ਤੇਰੇ ਕੋਲ ਮੁਕਤੀ ਹੈ। ਪਰ ਜੇ ਚਾਰੇ ਚੀਜ਼ਾਂ ਨਹੀਂ ਤੇ ਜਿਹੜੀ ਵੀ ਚੀਜ਼ ਇਹਦੇ ਵਿੱਚ ਰੋਕ ਪਾਉਂਦੀ ਹੈ ਨਾ, ਉਹ ਚੀਜ਼ ਪਾਪ ਰੂਪ ਹੈ। ਜੇ ਸਤ ਦੇ ਵਿੱਚ ਕੋਈ ਰੋਕ ਪੈਂਦੀ ਹੈ ਤੇ ਉਹ ਪਾਪ ਹੈ, ਸੰਤੋਖ ਵਿੱਚ ਰੋਕ ਪੈ ਗਈ ਉਹ ਪਾਪ ਹੈ, ਵਿਚਾਰ ਦੇ ਵਿੱਚ ਰੋਕ ਪੈ ਗਈ ਹੈ ਉਹ ਪਾਪ ਰੂਪ ਹੋ ਜਾਂਦੀ ਹੈ, ਤੇ ਜੇ ਨਾਮ ਜਪਣ ਵਿੱਚ ਰੋਕ ਪੈਂਦੀ ਹੈ ਤੇ ਉਹ ਵੀ ਪਾਪ ਹੀ ਹੈ। ਬਚਨ ਮਹਾਰਾਜ ਜੀਆਂ ਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਾਮ ਵਿਆਪੇ ਕਸੁੱਧ ਨਰ, ਇਹ ਬਾਣੀ ਦਾ ਬਚਨ ਹੈ।
ਜਿਹੜਾ ਕੁਸੁੱਧ ਮੂਰਖ ਵਿਅਕਤੀ ਹੈ, ਹਰ ਵੇਲੇ ਕਾਮ ਦੀ ਵਾਸ਼ਨਾ ਰੱਖਦਾ, ਇਹ ਉਹਦੇ ਵਾਸਤੇ ਬੰਧਨ ਹੈ, ਰੋਕ ਹੈ। ਵੀ ਹਰ ਵੇਲੇ ਮਾੜੀ ਬਿਰਤੀ ਰੱਖਦਾ, ਨਾਮ ਨਹੀਂ ਜਪਦਾ ਪਿਆ, ਇਹ ਮਨੁੱਖਾ ਜਨਮ ਤੋਂ ਮੁਕਤ ਹੋਣ ਵਾਸਤੇ ਤੇਰੇ ਤੇ ਰੋਕ ਲੱਗ ਗਈ ਹੈ, ਤੂੰ ਖੜ ਗਿਆ ਉੱਥੇ। ਇਸ ਰੁਕਾਵਟ ਨੂੰ ਦੂਰ ਕਰ। ਦੂਜਾ ਬਚਨ ਇਹ ਹੈ ਕਿ ਜੇ ਆਖੇ ਵੀ ਮੈਂ ਨਾਮ ਜਪਣਾ ਹੈ ਔਰ ਘਰ-ਬਾਰ ਛੱਡ ਦੇਣਾ ਹੈ, ਬਣਤਾ ਛੋੜ ਬਦ ਨਦਰ ਪਰ ਨਾਰੀ, ਆਪਣਾ ਘਰ ਛੱਡਿਆ, ਮੈਂ ਤੇ ਨਾਮ ਜਪਣ ਚੱਲਿਆ ਜੀ ਜੰਗਲ ਦੇ ਵਿੱਚ, ਤੀਰਥਾਂ ਤੇ ਜਾਂਦਾ ਪਿਆ, ਉੱਥੇ ਜਾ ਕੇ ਫਿਰ ਮਾੜਾ ਵੇਖਦਾ ਪਿਆ। ਮਹਾਰਾਜ ਕਹਿਣ ਲੱਗੇ ਇਹ ਵੀ ਰੋਕ ਹੈ ਤੇਰੇ ਨਾਮ ਜਪਣ ਵਿੱਚ, ਇਹ ਵੀ ਰੋਕ ਹੈ ਤੇਰਾ ਮਨੁੱਖਾ ਜਨਮ ਸਫਲ ਹੋਣ ਵਿੱਚ। ਇਸ ਰੁਕਾਵਟ ਨੂੰ ਪਰੇ ਕਰ ਦੇ, ਦੂਰ ਕਰ ਦੇ। ਤੀਜਾ ਬਚਨ ਮਹਾਰਾਜ ਸਾਹਿਬ ਜੀਆਂ ਨੇ ਫਿਰ ਅੱਗੇ ਲਿਖਿਆ ਹੈ ਕਿ ਜਿਹੜੀ ਇਸਤਰੀ ਦੀ ਨਿੰਦਿਆ ਕਰਨੀ ਹੈ, ਵੀ ਇਸਤਰੀ ਤੇ ਮਾੜੀ ਹੈ, ਨੀਚ ਹੈ, ਇਹ ਜਿਹੜੀ ਨਿੰਦਿਆ ਕਰਦਾ ਪਿਆ, ਇਹ ਵੀ ਰੋਕ ਹੈ ਤੇਰੇ ਮਨੁੱਖਾ ਜਨਮ ਨੂੰ ਸਫਲ ਹੋਣ ਦੇ ਵਿੱਚ। ਇਸ ਰੋਕ ਨੂੰ ਪਰੇ ਕਰ, ਨਿੰਦਿਆ ਨਾ ਕਰ, ਮਾੜਾ ਬਚਨ ਨਾ ਕਰ, ਮਾੜਾ ਨਾ ਕਹਿ। ਮਹਾਰਾਜ ਕਹਿਣ ਲੱਗੇ ਅਤੇ ਬਹੁਤੀ ਉਸਤੀ ਕਰੀ ਜਾਣੀ, ਆਪਣੀ ਜਨਾਨੀ ਦੀ ਬਹੁਤੀ ਵਡਿਆਈ ਕਰੀ ਜਾਣੀ, ਉਹਦੇ ਆਖੇ ਲੱਗੀ ਜਾਣਾ, ਜਾਂ ਜਨਾਨੀ ਆਪਣੇ ਬੰਦੇ ਦੀ ਵਡਿਆਈ ਕਰੀ ਜਾਵੇ, ਇਹ ਵੀ ਰੋਕ ਹੈ। ਮਹਾਰਾਜ ਕਹਿੰਦੇ ਇਹ ਵੀ ਰੁਕਾਵਟ ਹੈ, ਵੀ ਹਰ ਵੇਲੇ ਆਪਣਿਆਂ ਦੀ ਉਸਤਤ ਕਰੀ ਜਾਣੀ, ਆਪਣਿਆਂ ਦੀ ਵਡਿਆਈ ਕਰੀ ਜਾਣੀ, ਮਨੁੱਖਾ ਜਨਮ ਨੂੰ ਸਫਲ ਹੋਣ ਵਿੱਚ ਇਹ ਵੀ ਰੁਕਾਵਟ ਹੈ। ਨਾ ਕਿਸੇ ਦੀ ਬਹੁਤੀ ਉਸਤਤ ਕਰਨੀ, ਨਾ ਕਿਸੇ ਦੀ ਨਿੰਦਿਆ ਕਰਨੀ ਹੈ, ਨਾ ਜਤੀ ਹੋ ਕੇ ਜੰਗਲ ਵਿੱਚ ਜਾਣਾ, ਨਾ ਘਰੇ ਬੈਠ ਕੇ ਕੁਕਰਮੀ ਹੋਣਾ ਹੈ ਕਿ ਹਰ ਵੇਲੇ ਵਿਕਾਰ। ਇਹਨਾਂ ਚਾਰੇ ਚੀਜ਼ਾਂ ਤੋਂ ਬਚਾਉਣਾ ਹੈ। ਤੇ ਫਿਰ ਵਿਚਕਾਰ ਜਦੋਂ ਆ ਜਾਵੇਗਾ ਨਾ ਚੌਵਾਂ ਪਾਸਿਆਂ ਤੋਂ, ਫਿਰ ਮੁਕਤ ਹੋ ਜਾਵੇਗਾ। ਰੰਨਾ ਹੋਈਆਂ ਬੁੱਧੀਆਂ ਪੁਰਸ਼ ਹੋਏ ਸਯਾਦ, ਮਹਾਰਾਜ ਦੀ ਬਾਣੀ ਦਾ ਬਚਨ ਹੈ ਕਿ ਕਲਯੁਗ ਦਾ ਸਮਾਂ ਇਸ ਤਰ੍ਹਾਂ ਦਾ ਹੈ ਕਿ ਜਿਹੜੀਆਂ ਔਰਤਾਂ ਨੇ ਉਹ ਆਪਣੇ ਆਪ ਨੂੰ ਅਖਵਾਉਣਗੀਆਂ ਵੀ ਅਸੀਂ ਬੜੀਆਂ ਗਿਆਨ ਵਾਲੀਆਂ ਹਾਂ, ਅਤੇ ਪੁਰਖ ਹੋਏ ਸਯਾਦ, ਜਿਹੜੇ ਪੁਰਸ਼ ਨੇ ਉਹਨਾਂ ਦੇ ਪਿੱਛੇ ਲਾ ਕੇ ਚੱਲਣਗੇ ਵੀ ਜੋ ਇਹ ਕਹਿੰਦੀ ਪਈ ਹੈ ਉਹ ਠੀਕ ਕਹਿੰਦੀ ਪਈ ਹੈ। ਇਹ ਵੀ ਰੁਕਾਵਟ ਹੈ ਕਿ ਆਪਣੇ ਆਪ ਨੂੰ ਗਿਆਨਵਾਨ ਸਮਝਣਾ, ਆਪਣੇ ਮਤ ਮੁਤਾਬਕ ਦੂਜੇ ਨੂੰ ਚਲਾਉਣਾ। ਇਹ ਅਰਥ ਵਿਦਵਾਨਾਂ ਨੇ ਕੀਤੇ ਨੇ। ਇਸੇ ਤਰ੍ਹਾਂ ਸੰਤ ਮਸਕੀਨ ਜੀਆਂ ਨੇ ਵੀ ਇੱਕ ਅਰਥ ਕੀਤੇ ਇਸੇ ਪੰਕਤੀ ਦੇ, ਰੰਨਾ ਹੋਈਆਂ ਬੁੱਧੀਆਂ ਪੁਰਸ਼ ਹੋਏ ਸਯਾਦ। ਉਹਨਾਂ ਨੇ ਅਰਥ ਇਹ ਕੀਤਾ ਵੀ ਕਲਯੁਗ ਦੇ ਵਿੱਚ ਔਰਤਾਂ ਜਿਹੜੀਆਂ ਨੇ ਉਹ ਆਪਣਾ ਤਨ ਵਿਖਾਉਣ ਵਾਲੀਆਂ, ਜਿਸਮ ਵਿਖਾਉਣ ਵਾਲੀਆਂ, ਸਰੀਰ ਵਿਖਾਉਣ ਵਾਲੀਆਂ ਹੋ ਜਾਣਗੀਆਂ ਜਾਂ ਹੋ ਗਈਆਂ। ਨੰਗੇ ਭੜੰਗੇ ਕੱਪੜੇ ਪਾਉਣੇ ਜਿਹਦੇ ਵਿੱਚ ਤਨ ਸਰੀਰ ਦਿਸੇ। ਰੰਨਾ ਹੋਈਆਂ ਬੋਧੀਆਂ, ਸਰੀਰ ਵਿਖਾਉਣ ਵਾਲੀਆਂ, ਸਰੀਰ ਦੀ ਨੁਮਾਇਸ਼ ਲਾਉਣ ਵਾਲੀਆਂ ਬਣ ਗਈਆਂ। ਪੁਰਖ ਹੋਏ ਸਯਾਦ, ਤੇ ਪੁਰਸ਼ ਉਹ ਤਮਾਸ਼ਗੀਰ ਬਣ ਗਏ ਜਿਹੜੇ ਕੇਵਲ ਉਹਨਾਂ ਦਾ ਤਨ ਵੇਖਣ ਵਿੱਚ ਲੱਗੇ ਹੋਏ। ਇਹ ਉਹਨਾਂ ਨੇ ਅਰਥ ਇਹ ਵੀ ਕੀਤਾ ਹੈ ਵੀ ਕਲਯੁਗ ਦਾ ਸਮਾਂ ਇਸ ਤਰ੍ਹਾਂ ਦਾ ਹੋਵੇਗਾ ਵੀ ਇੱਕ ਵਿਅਕਤੀ ਤਨ ਵਿਖਾਵੇਗਾ, ਦੂਜਾ ਉਹਨੂੰ ਵੇਖਣ ਵਿੱਚ ਮਸਰੂਫ ਹੋ ਜਾਏਗਾ। ਅੱਜ ਇਸੇ ਤਰ੍ਹਾਂ ਹੀ ਹੁੰਦਾ। ਤੁਸੀਂ ਕਿਸੇ ਬਾਜ਼ਾਰ ਚਲੇ ਜਾਓ, ਕਿਸੇ ਮੇਲੇ ਚਲੇ ਜਾਓ, ਉੱਥੇ ਕੁਝ ਉਹ ਨੇ ਜਿਹੜੇ ਤਨ ਵਿਖਾਉਂਦੇ ਪਏ ਤੇ ਕੁਝ ਉਹ ਨੇ ਜਿਹੜੇ ਤਨ ਵੇਖਦੇ ਪਏ। ਤੇ ਜੇ ਆਪਣੇ ਘਰ ਵਿੱਚ ਆ ਜਾਓ ਤੇ ਆਪਣਾ ਮੋਬਾਈਲ ਖੋਲ੍ਹ ਲਓ, ਮੋਬਾਈਲ ਦੇ ਉੱਪਰ ਸਾਰਾ ਦਿਨ ਕੁਝ ਉਹ ਨੇ ਜਿਹੜਾ ਸਰੀਰ ਨੂੰ ਨੰਗਾ ਕਰਕੇ ਵਿਖਾਉਂਦੇ ਪਏ ਕਿ ਦੁਨੀਆ ਵਿੱਚ ਪ੍ਰਸਿੱਧੀ ਮਿਲੇ, ਤੇ ਕੁਝ ਉਹ ਨੇ ਜਿਹੜੇ ਉਹਨਾਂ ਨੂੰ ਵੇਖਦੇ ਪਏ ਕਿ ਸਾਡਾ ਟਾਈਮ ਪਾਸ ਹੋ ਜਾਏ। ਮਹਾਰਾਜ ਕਹਿਣ ਲੱਗੇ ਰੰਨਾ ਹੋਈਆਂ ਬੁੱਧੀਆਂ ਪੁਰਸ਼ ਹੋਏ ਸਯਾਦ। ਇੱਕ ਤਬਕਾ ਉਹ ਹੈ ਜਿਹੜਾ ਵਿਖਾਉਂਦਾ ਪਿਆ, ਇੱਕ ਤਬਕਾ ਉਹ ਹੈ ਜਿਹੜਾ ਵੇਖਦਾ ਪਿਆ ਹੈ। ਇੱਕ ਤਬਕਾ ਉਹ ਹੈ ਜਿਹੜਾ ਕਹਿੰਦਾ ਵੀ ਮੈਂ ਬੜਾ ਸਿਆਣਾ ਹਾਂ, ਮੇਰੀ ਮੱਤ ਦੇ ਪਿੱਛੇ ਚੱਲ, ਮੈਂ ਜੋ ਕਹਿੰਦਾ ਉਹ ਹੋਵੇਗਾ। ਇੱਕ ਤਬਕਾ ਉਹ ਹੈ ਜਿਹੜਾ ਅੱਖਾਂ ਤੇ ਕੰਨ ਬੰਦ ਕਰਕੇ ਕੇਵਲ ਮਗਰ ਤੁਰਿਆ ਹੀ ਜਾਂਦਾ, ਮੰਨੀ ਜਾਂਦਾ। ਇਹਨਾਂ ਸਾਰੀਆਂ ਚੀਜ਼ਾਂ ਤੋਂ ਮਹਾਰਾਜ ਨੇ ਪਰੇ ਕੀਤਾ ਹੈ, ਬਚਾਇਆ ਹੈ। ਬਹੁਤਾ ਵਕਾਰ ਨਹੀਂ ਭੋਗਣਾ, ਬਹੁਤੇ ਜਤੀ ਹੋ ਕੇ ਘਰ ਬਾਹਰ ਨਹੀਂ ਛੱਡਣਾ ਹੈ। ਕਿਸੇ ਨੂੰ ਨੀਚ ਮਾੜਾ ਨਹੀਂ ਕਹਿਣਾ ਹੈ ਔਰ ਕਿਸੇ ਦੀ ਬਹੁਤੀ ਉਸਤਤ ਵੀ ਨਹੀਂ ਕਰਨੀ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਕੰਟਰੋਲ ਵਾਸਤੇ ਮਹਾਰਾਜ ਨੇ ਵਿਆਹ ਬਣਾਇਆ। ਵਿਆਹ ਤੋਂ ਭਾਵ ਆਨੰਦ ਕਾਰਜ ਬਣਾਇਆ। ਆਨੰਦ ਕਾਰਜ ਕਿਵੇਂ ਹੁੰਦਾ? ਲਾਵਾਂ ਲੈ ਕੇ। ਤੇ ਲਾਮ ਦਾ ਅਰਥ ਹੀ ਉਹ ਰੱਸਾ ਹੈ ਜਿਹਦੇ ਨਾਲ ਪਤੀ ਪਤਨੀ ਦੋਨੇ ਜਾਣੇ ਇੱਕ ਦੂਜੇ ਨਾਲ ਬੱਧੇ ਹੋਏ ਨੇ। ਦੁੱਖ ਦੇ ਵਿੱਚ, ਸੁੱਖ ਦੇ ਵਿੱਚ, ਖੁਸ਼ੀ ਆਉਣ ਦੇ ਵਿੱਚ, ਗਮੀ ਆਉਣ ਦੇ ਵਿੱਚ ਇੱਕ ਦੂਜੇ ਦਾ ਸਾਥ ਨਹੀਂ ਛੱਡਦੇ। ਇੱਕ ਦੂਜੇ ਨੂੰ ਸੰਸਾਰ ਤੋਂ ਬਚਾ ਕੇ, ਵਿਕਾਰਾਂ ਤੋਂ ਬਚਾ ਕੇ ਰੱਖਦੇ। ਜੇ ਵਿਕਾਰੀ ਬਿਰਤੀ ਹੋਈ ਹੈ ਤੇ ਆਪਸ ਵਿੱਚ ਮਿਲ ਵਰਤ ਕੇ ਉਸ ਵਿਕਾਰ ਦੀ ਬਿਰਤੀ ਨੂੰ ਪਰੇ ਕਰਨਾ ਹੈ।
ਅਤੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਹੈ। ਇਹਨੂੰ ਕਿਹਾ ਜਾਂਦਾ ਹੈ ਲਾਭ। ਉਹ ਰੱਸਾ ਜੀ ਦੇ ਨਾਲ ਦੋਨੇ ਬੱਧੇ ਹੋਏ। ਮਹਾਰਾਜ ਕਹਿਣ ਲੱਗੇ, ਹਰ ਤੀਜੜੀ ਲਾਭ ਸਤਿਗੁਰ ਪੁਰਖ ਮਿਲਾਇਆ, ਬੈਰਾਗੀਆ ਬਲਰਾਮ ਜੀਓ। ਤੀਜੀ ਲਾਭ ਉਹ ਹੈ ਮਨ ਨੂੰ ਰੋਕਣਾ, ਅਤੇ ਜਿਨ੍ਹਾਂ ਨੇ ਮਨ ਨੂੰ ਰੋਕ ਲਿਆ ਹੈ ਉਹਨਾਂ ਬੈਰਾਗਵਾਨਾਂ ਨੂੰ ਬੈਰਾਗ ਦੀ ਪ੍ਰਾਪਤੀ ਹੋਈ ਹੈ। ਸੰਤ ਜਨਾ ਹਰ ਮੇਲ ਹਰ ਪਾਇਆ, ਵਡ ਭਾਗਿਆ ਬਲਰਾਮ ਜੀ। ਵੱਡਿਆਂ ਭਾਗਾਂ ਵਾਲਿਆਂ ਨੇ ਸੰਤਾਂ ਦੇ ਨਾਲ ਸਾਧੂਆਂ ਦੀ ਸੰਗਤ ਵਿੱਚ ਮੇਲ ਪ੍ਰਾਪਤ ਕੀਤਾ ਹੈ, ਉਹ ਵੱਡਿਆਂ ਭਾਗਾਂ ਵਾਲੇ ਬਣੇ ਹਨ। ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ। ਜਿਨ੍ਹਾਂ ਨੇ ਨਿਰਮਲ ਪ੍ਰਮਾਤਮਾ ਨੂੰ ਪਾਇਆ ਹੈ ਉਹ ਪਾਉਣ ਵਾਲੇ ਉਹਦੇ ਗੁਣਾਂ ਨੂੰ ਗਾਉਂਦੇ ਨੇ ਤੇ ਆਪਣੇ ਮੁਖ ਤੋਂ ਹਰ ਹਰ ਬਾਣੀ ਨੂੰ ਆਖਦੇ ਹਨ। ਸੰਤ ਜਨਾ ਵਡ ਭਾਗੀ ਪਾਇਆ, ਸੰਤਾਂ ਸਾਧੂਆਂ ਦਾ ਸੰਗ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਹਰ ਕਥੀਏ ਅਕਥ ਕਹਾਣੀ। ਕਿਉਂਕਿ ਸੰਗਤ ਵਿੱਚ ਆ ਕੇ ਅਕਥ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਜਾਂਦਾ ਹੈ। ਕੀਤੇ ਹਰ 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 ਧੁਨ ਉਪਜੀ। ਉਹ ਜਿਹੜਾ ਹਰੀ ਪ੍ਰਮਾਤਮਾ ਹੈ ਨਾ, ਉਹਦੇ ਨਾਮ ਦੀ ਜਿਹੜੀ ਹਰ ਹਰ ਧੁਨ ਹੈ ਨਾ, ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਪੈਦਾ ਹੁੰਦੀ ਹੈ। ਜਪੀਐ ਮਸਤਕ ਭਾਗ ਜੀਓ। ਜਿਨ੍ਹਾਂ ਦੇ ਵੱਡੇ ਭਾਗ ਨੇ ਮੱਥੇ ਦੇ ਭਾਈ ਨਾਮ ਉਹ ਜਪਦੇ ਨੇ। ਭਾਗਾਂ ਬਿਨਾ ਕਰਮਾਂ ਬਿਨਾ ਨਾਮ ਨਹੀਂ ਜਪਿਆ ਜਾਂਦਾ। ਸੰਗਤ ਵਿੱਚ ਆਏ ਆ, ਇੱਥੇ ਬੈਠ ਕੇ ਨਾਮ ਜਪੀਏ ਜਾਂ ਇਥੋਂ ਨਾਮ ਦੀ ਖਰਾਦ ਪ੍ਰਾਪਤ ਕਰਨਾ ਕਰੀਏ। ਨਾਨਕ ਬੋਲਾ ਤੀਜੀ ਲਾਵਾ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਤੀਜੀ ਲਾਭ ਇਹ ਹੈ ਜਿਸ ਨੂੰ ਤਨੂ ਮਨਸਾ ਆਖਿਆ ਹੈ, ਭਾਵ ਕਿ ਮਨ ਨੂੰ ਰੋਕਣਾ ਹੈ। ਇਹ ਤੀਜੀ ਪਰਿਕਰਮਾ ਹੈ ਤੇਰੇ ਜੀਵਨ ਦੀ। ਤੀਜੀ ਪਰਿਕਰਮਾ ਤੋਂ ਭਾਵ ਇਹ ਹੈ, ਤੀਜੀ ਲਾਮ ਤੋਂ, ਕਿ ਆਪਣੇ ਮਨ ਨੂੰ ਰੋਕੇ ਰੱਖਣਾ ਹੈ। ਹਰਿ ਉਪਜੈ ਮਨ ਬੈਰਾਗ ਜੀਓ। ਫਿਰ ਬੈਰਾਗੀਆਂ ਦੇ ਵਾਂਗ ਤੇਰੇ ਮਨ ਵਿੱਚ ਬੈਰਾਗ ਪੈਦਾ ਹੋਵੇਗਾ। ਜਿਵੇਂ ਬੈਰਾਗੀ ਲੋਕ ਬੈਰਾਗ ਨੂੰ ਪ੍ਰਾਪਤ ਕਰਕੇ ਖੁਸ਼ ਹੁੰਦੇ, ਤੂੰ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਬੈਰਾਗ ਪ੍ਰਾਪਤ ਕਰੇਗਾ। ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ। ਫਿਰ ਬੈਰਾਗ ਹੋਵੇਗਾ, ਪਰਮਾਤਮਾ ਦੇ ਦਰਸ਼ਨ ਦੇਖਣ ਦਾ ਚਾਅ ਪੈਦਾ ਹੋਵੇਗਾ। ਐਸੀ ਦਾਤ ਪ੍ਰਾਪਤ ਹੋਵੇਗੀ। ਇਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਫਿਰਦਾ ਹਰ 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 ਧੁਨ ਉਪਜੀ, ਹਰ ਜਪੀਏ ਮਸਤਕ ਭਾਗ ਜੀਓ। ਜਨ ਨਾਨਕ ਬੋਲਾ ਤੀਜੀ ਲਾਵਾ, ਹਰ ਉਪਜੇ ਮਨ ਬੈਰਾਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।